हाँ जी दोस्तों, हुण हैगा क्लास 9वीं का इंग्लिश का पेपर 7 मार्च ਨੂੰ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ 9th ਕਲਾਸ ਦਾ ਇੰਗਲਿਸ਼ ਦਾ ਪੇਪਰ ਦੋਸਤੋ ਅਸੀਂ ਪੂਰਾ ਸੋਲਵ ਕਰ ਚੁੱਕੇ ਹਾਂ ਇੱਕ। ਤਾਂ ਹੁਣ ਤੁਹਾਡੀ ਰਿਵੀਜ਼ਨ ਕਰਾ ਦਿੰਦੇ ਹਾਂ ਚੰਗੀ ਤਰ੍ਹਾਂ। ਤਾਂ ਦੇਖ ਸਕਦੇ ਹੋ ਦੋਸਤੋ ਅਸੀਂ ਪੂਰਾ ਹੀ ਪੇਪਰ ਇਹ ਸੋਲਵ ਕਰ ਚੁੱਕੇ ਹਾਂ, ਸਾਰੇ ਹੀ ਕੁਝ A to Z ਇਹ ਸੋਲਵ ਪੇਪਰ ਹੈਗਾ ਵਾ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖ ਸਕਦੇ ਹੋ ਦੋਸਤੋ ਸੈਕਸ਼ਨ A ਰੀਡਿੰਗ ਕੰਪਰੀਹੈਂਸ਼ਨ ਆਉਣੀ ਆ। ਇਹ 80 ਨੰਬਰ ਦਾ ਪੇਪਰ ਆਉਣਾ ਦੋਸਤੋ, ਠੀਕ ਹੈ। ਸਭ ਤੋਂ ਪਹਿਲਾਂ ਇਸ ਨੂੰ ਨੋਟ ਕਰ ਲਿਓ, 80 ਨੰਬਰ ਦਾ ਇਹ ਪੇਪਰ ਆਉਣਾ ਤੁਹਾਡਾ। ਤਾਂ ਦੇਖੋ ਸਭ ਤੋਂ ਪਹਿਲਾਂ ਕੰਪਰੀਹੈਂਸ਼ਨ ਆ, ਮਤਲਬ ਇੱਥੋਂ ਤੋਂ ਲੈ ਕੇ ਤੁਸੀਂ ਫਿਰ ਜਿਹੜਾ ਹੈਗਾ ਇਹ ਪੈਰਾ ਦਿੱਤਾ ਹੋਇਆ ਵਾ, ਪੈਰੇ ਨੂੰ ਪੜ੍ਹ ਕੇ ਦੋਸਤੋ ਫਿਰ ਜਿਹੜੇ ਹੇਠਾਂ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਦੇਣੇ ਹਨ। ਤਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ, ਜਦ ਤੱਕ ਮੈਂ ਵੀ ਪੜ੍ਹ ਲੈਣਾ ਇਹਦੇ ਵਿੱਚ ਕੀ ਲਿਖਿਆ ਹੋਇਆ ਵਾ। ਤਾਂ ਦੋਸਤੋ ਤੁਸੀਂ ਪੜ੍ਹ ਲਿਆ ਹੋਣਾ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ। ਮੈਂ ਮੋਟਾ ਮੋਟੀ ਦੱਸ ਦੇਣਾ। ਇਹਦੇ ਵਿੱਚ ਇਹੀ ਲਿਖਿਆ ਹੋਇਆ ਕਿ ਬਈ ਟੋਕੀਓ ਇਜ਼ ਐਨ ਅਗਲੀ ਸਿਟੀ, ਯਾਨੀ ਕਿ ਟੋਕੀਓ ਇੱਕ ਬਦਸੂਰਤ ਸ਼ਹਿਰ ਹੈ। ਇੱਥੇ ਸ਼ਾਇਦ ਹੀ ਕੋਈ ਸੁੰਦਰ ਜਾਂ ਫਿਰ ਇੱਥੋਂ ਤੱਕ ਕੋਈ ਚੰਗੀ ਇਮਾਰਤ ਹੋਵੇ, ਠੀਕ ਹੈ। ਬਹੁਤ ਹੀ ਜਿਹੜਾ ਹੈਗਾ ਘੱਟ ਪਾਰਕ ਹੈ ਸ਼ਹਿਰ ਦੇ ਅੰਦਰ ਜਾਂ ਬਾਹਰ, ਕੋਈ ਪਹਾੜ ਜਾਂ ਫਿਰ ਇੱਥੇ ਤੱਕ ਪਹਾੜੀਆਂ ਨਹੀਂ ਹਨ। ਉੱਥੇ ਹਰੀ ਪੱਟੀ ਦੇਖਣ ਯੋਗ ਕੁਝ ਜਿਹੜੇ ਹੈਗੇ ਆ ਸਮਾਰਕ ਹਨ। ਹਵਾ ਪ੍ਰਦੂਸ਼ਣ ਡਰਾਉਣਾ ਸਦੀ ਲਈ ਦੋਸਤੋ ਸ਼ੋਰ ਬਹਿਰਾ ਹੈ। ਆਵਾਜਾਈ ਦੀ ਜਿਹੜੀ ਹੈਗੀ ਦੋਸਤੋ ਕੀ ਹੈ, ਆਵਾਜਾਈ ਦੀ ਵੀ ਦਿੱਕਤ ਹੈ। ਟੋਕੀਓ ਵਿੱਚ ਸਭ ਤੋਂ ਕੁਝ ਮਤਲਬ ਸਭ ਕੁਝ ਬਦਸੂਰਤ ਨਹੀਂ ਹੈ। ਇੱਥੇ ਕੁਝ ਨਾ ਚੰਗੀਆਂ ਇਮਾਰਤਾਂ ਅਤੇ ਪ੍ਰਭਾਵਸ਼ਾਲੀ ਵੀ ਹਨ, ਠੀਕ ਹੈ। ਅਤੇ ਧਾਰਮਿਕ ਸਥਾਨ ਇੱਥੇ ਕੁਝ ਪਾਰਕ ਦੇਖਣ ਯੋਗ ਹਨ ਅਤੇ ਭੀੜ ਭੜੱਕੇ ਦੀ ਘਾਟ ਹੈ, ਠੀਕ ਹੈ ਜੀ। ਅਤੇ ਇਹਦੇ ਵਿੱਚ ਮਤਲਬ ਘੱਟੋ ਘੱਟ ਅੱਖ ਨੂੰ ਜਿਹੜਾ ਹੈਗਾ ਦੋਸਤੋ ਖੁਸ਼ ਕਰਨ ਲਈ ਇੱਕ ਫਾਇਦਾ ਹੈ, ਠੀਕ ਹੈ ਜੀ। ਅਤੇ ਹੋਰ ਮਤਲਬ ਇਹਦੇ ਵਿੱਚ ਆਹੀ ਲਿਖਿਆ ਹੈ ਕਿ ਰਾਤ ਨੂੰ ਟੋਕੀਓ ਦਿਨ ਵੇਲੇ ਟੋਕੀਓ ਤੋਂ ਬਹੁਤ ਹੀ ਜਿਹੜੀ ਵੱਖਰੀ ਹੈ, ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋ, ਠੀਕ ਹੈ ਜੀ। ਕਿ ਮਤਲਬ ਵਧੀਆ ਲੱਗਦਾ ਰਾਤ ਨੂੰ, ਮਤਲਬ ਠੀਕ ਹੈ ਟੋਕੀਓ। ਅਤੇ ਦਫ਼ਤਰਾਂ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਬੰਦ ਹੈ ਅਤੇ ਯਾਤਰੀਆਂ ਨੇ ਸ਼ਹਿਰ ਛੱਡ ਦਿੱਤਾ ਹੈ। ਟੋਕੀਓ ਇੱਕ ਨਵਾਂ ਚਿਹਰਾ ਰੱਖਦਾ ਹੈ, ਠੀਕ ਹੈ ਜੀ। ਅਤੇ ਜਿਵੇਂ ਕਿ ਦੋਸਤੋ ਇੱਥੇ ਹੋਰ ਲਿਖਿਆ ਹੈ ਕਿ ਕੈਫੇ ਬਾਰ ਨਾਈਟ ਕਲੱਬਾਂ ਸੁਸ਼ੀ ਸਥਾਨਾਂ ਅਤੇ ਆਪਣਾ ਦੋਸਤੋ ਇਹਨਾਂ ਦੇ ਵਿੱਚ, ਠੀਕ ਹੈ, ਥੀਏਟਰ ਰੈਸਟੋਰੈਂਟ ਅਤੇ ਸਿਨੇਮਾ ਘਰ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਇਹ ਜੰਗਲੀ ਨਾਈਟ ਲਾਈਫ ਚੱਲਦਾ ਹੈ, ਠੀਕ ਹੈ ਜੀ। ਅਤੇ ਕੁਝ ਨਾਈਟ ਜਿਹੜੇ ਹੈਗੇ ਕਲੱਬ ਕਾਫੀ ਦੇਰ ਤੱਕ ਖੁੱਲ੍ਹੇ ਰਹਿੰਦੇ ਹਨ, ਠੀਕ ਹੈ ਜੀ। ਅਤੇ ਇਕੱਲੀਆਂ ਇਹਦੇ ਵਿੱਚ ਹੋਰ ਲਿਖਿਆ ਦੋਸਤੋ ਇਹ ਇੱਕ ਮਾਹੌਲ ਹੈ। ਇਸ ਦਾ ਮਾਹੌਲ ਦੋਸਤੋ ਇਸਦਾ ਅਹਿਸਾਸ ਹੁੰਦਾ ਹੈ ਕਿ ਇਸਦੀ ਜਿਹੜੀ ਹੈਗੀ ਆ ਉਦਾਸੀ, ਇਸ ਦਾ ਜਿਹੜਾ ਪਾਗਲਪਨ ਹੈ, ਇਸ ਦਾ ਦੋਸਤੋ ਨਿਰਾਸ਼ਾ ਹੈ, ਠੀਕ ਹੈ। ਇਸ ਦੀ ਨਿਰਾਸ਼ਾ ਹੈ। ਸਭ ਤੋਂ ਵੱਧ ਇਸ ਦੇ ਲੋਕ ਹਨ। ਟੋਕੀਓ ਦੋਸਤੋ ਜਿਹੜਾ ਹੈਗਾ ਵਾ ਕੀ ਹੈ, ਟੋਕੀਓ ਦੋਸਤੋ ਆਰਕੀਟੈਕਚਰਲ ਸੁੰਦਰਤਾ ਪਰ ਇਸ ਵਿੱਚ ਦੋਸਤੋ ਚਰਿੱਤਰ ਅਤੇ ਉਤਸ਼ਾਹ ਹੈ। ਇਹ ਜਿੰਦਾ ਹੈ। ਇਹ ਦੋਸਤੋ ਕੀ ਹੈ, ਮੈਨੂੰ ਇਹ ਮੇਰਾ ਅਤੇ ਦੋਸਤੋ ਜਿਹੜਾ ਹੈਗਾ ਪਿਆਰਾ ਸ਼ਹਿਰ ਲੱਗਿਆ ਕਿ ਇਹ ਮਤਲਬ ਲਿਖਿਆ ਹੋਇਆ ਇਹਦੇ ਵਿੱਚ ਕੁਛ, ਠੀਕ ਹੈ ਜੀ। ਤਾਂ ਇਹਨੂੰ ਦੋਸਤੋ ਹੁਣ ਆਪਾਂ ਦੇਖਦੇ ਹਾਂ ਇਹਨਾਂ ਦੇ ਵਿੱਚ ਪ੍ਰਸ਼ਨ ਕੀ ਬਣਦਾ ਹੈ। ਤਾਂ ਸਭ ਤੋਂ ਪਹਿਲਾਂ ਦੋਸਤੋ ਜਿਹੜਾ ਪ੍ਰਸ਼ਨ ਬਣकर ਉਹ ਆ ਰਿਹਾ ਹੈ, ਤਾਂ ਇਹਦੇ ਵਿੱਚ ਲਿਖਿਆ ਹੋਇਆ ਵਾ ਹਾਂਜੀ ਕਿ ਵਿਚ ਕਰੈਕਟਰ ਸਟਿਕਸ ਗੋਜ਼ ਅਗੇਂਸਟ ਟੋਕੀਓ, ਠੀਕ ਹੈ ਜੀ। ਯਾਨੀ ਕਿ ਟੋਕੀਓ ਦੇ ਵਿਰੁੱਧ ਕਿਹੜੀਆਂ ਵਿਸ਼ੇਸ਼ਤਾਵਾਂ ਹਨ। ਤਾਂ ਦੋਸਤੋ ਇਸ ਦਾ ਆਨਸਰ ਆ ਜਾਏਗਾ ਆਲ ਆਫ ਦਿਸ 3, ਮਤਲਬ ਜਿਹੜੀਆਂ ਤੁਹਾਡੀ ਤਿੰਨੋਂ ਹੀ ਉੱਪਰ ਦਿੱਤੀਆਂ ਹੋਈਆਂ ਹਨ, A ਅਤੇ B ਅਤੇ C, ਠੀਕ ਹੈ ਜੀ। ਆ ਤਿੰਨੋਂ ਹੀ ਹੈਗੀਆਂ ਹਨ। ਜਿਵੇਂ ਕਿ ਸਭ ਤੋਂ ਪਹਿਲਾਂ ਸੀਗਾ ਦੇਰ ਆਰ ਵੈਰੀ ਫਿਊ ਪਾਰਕਸ, ਦੇਰ ਆਰ ਨੋ ਗ੍ਰੀਨ ਬੈਲਟਸ, ਦੇਰ ਆਰ ਨੋ ਮਾਊਂਟੇਨ ਔਰ ਹਿਲਸ, ਠੀਕ ਹੈ। ਮਤਲਬ ਇੱਥੇ ਬਹੁਤ ਘੱਟ ਪਾਰਕ ਹਨ, ਇੱਥੇ ਕੋਈ ਹਰੀ ਪੱਟੀ ਨਹੀਂ ਹੈ, ਇੱਥੇ ਕੋਈ ਜਿਹੜੀ ਹੈਗੀ ਆ ਪਹਾੜ ਜਾਂ ਫਿਰ ਪਹਾੜੀ ਨਹੀਂ ਹੈ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਇਹ ਪਹਿਲੇ ਦਾ ਆਨਸਰ ਬਣ ਜਾਏਗਾ, ਠੀਕ ਹੈ। ਦੂਸਰਾ ਪ੍ਰਸ਼ਨ ਹੈਗਾ ਕਿ ਟੋਕੀਓ ਲੁੱਕਸ ਬਿਊਟੀਫੁਲ ਓਨਲੀ ਡੈਸ਼। ਤਾਂ ਟੋਕੀਓ ਸਿਰਫ ਜਿਹੜਾ ਹੈਗਾ ਸੁੰਦਰ ਜਿਹੜਾ ਹੈਗਾ ਦਿਖਾਈ ਦਿੰਦਾ ਹੈ ਕਦੋਂ, ਤਾਂ ਐਟ ਨਾਈਟ, ਯਾਨੀ ਕਿ ਰਾਤ ਨੂੰ। ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਹੈ ਕਿ ਵਟ ਮੇਕਸ ਦਾ ਸਿਟੀ ਪਲੀਜ਼ੈਂਟ। ਤਾਂ ਇਸ ਦਾ ਜਿਹੜਾ ਹੈਗਾ ਰਾਈਟ ਆਨਸਰ ਦੋਸਤੋ ਕੀ ਆ ਜਾਏਗਾ, C ਆਪਸ਼ਨ, ਠੀਕ ਹੈ ਜੀ। ਇਟਸ ਐਕਸਾਈਟਮੈਂਟ, ਮਤਲਬ ਦੋਸਤੋ ਕੀ ਸ਼ਹਿਰ ਨੂੰ ਸੁਹਾਵਣਾ ਬਣਾਉਣਾ ਹੈ, ਠੀਕ ਹੈ ਜੀ। ਕੀ ਸ਼ਹਿਰ ਨੂੰ ਜਿਹੜਾ ਹੈਗਾ ਸੁਹਾਵਣਾ ਬਣਾਉਂਦਾ ਹੈ। ਤਾਂ ਦੋਸਤੋ ਇਸ ਦੀ ਜਿਹੜੀ ਹੈਗੀ ਐਕਸਾਈਟਮੈਂਟ, ਯਾਨੀ ਕਿ ਇਸ ਦਾ ਉਤਸ਼ਾਹ ਇਸ ਨੂੰ ਜਿਹੜਾ ਹੈਗਾ ਸੁਹਾਵਣਾ ਬਣਾਉਂਦਾ ਹੈ। ਅੱਗੇ ਦਾ ਆਥਰ ਲਾਈਕਸ ਟੋਕੀਓ ਐਂਡ ਹੀ ਕਾਲਸ ਇਟ, ਯਾਨੀ ਕਿ ਲੇਖਕ ਨੂੰ ਟੋਕੀਓ ਪਸੰਦ ਹੈ, ਉਸ ਨੂੰ ਉਹ ਇਸ ਨੂੰ ਕੀ ਕਹਿੰਦੇ ਹਨ। ਤਾਂ ਦੋਸਤੋ ਇਸ ਨੂੰ ਬੋਥ A ਐਂਡ B, ਯਾਨੀ ਕਿ A ਲਵੇਬਲ ਸਿਟੀ ਅਤੇ ਮਿਸਟੀਰੀਅਸ ਸਿਟੀ, ਠੀਕ ਹੈ ਜੀ। ਮਤਲਬ ਦੋਸਤੋ ਲਵੇਬਲ ਮਤਲਬ ਕੀ ਕਹਿ ਸਕਦੇ ਹਾਂ, ਪਿਆਰਾ ਸ਼ਹਿਰ ਆ, ਠੀਕ ਹੈ ਜੀ। ਅਤੇ ਮਿਸਟੀਰੀਅਸ ਮਤਲਬ ਦੋਸਤੋ ਕੁਛ ਰਹੱਸਮਈ ਚੀਜ਼ ਆਪਾਂ ਕਹਿ ਸਕਦੇ ਹਾਂ, ਯਾਨੀ ਕਿ ਰਹੱਸਮਈ ਇਹ ਸ਼ਹਿਰ ਹੈ। ਤਾਂ ਅੱਗੇ ਹੈ ਦੋਸਤੋ ਆਪਣਾ ਮਤਲਬ ਇਹਦਾ ਪਹਿਲਾ ਪ੍ਰਸ਼ਨ ਇਹਦਾ ਹੀ ਆ ਕਿ ਮਤਲਬ ਲੇਖਕ ਨੂੰ ਜਿਹੜਾ ਹੈਗਾ ਟੋਕੀਓ ਕਿਉਂ ਪਸੰਦ ਆਇਆ, ਕਿਉਂਕਿ ਦੋਸਤੋ ਇਹ ਲਵੇਬਲ ਸਿਟੀ ਆ ਅਤੇ ਆਪਣਾ ਮਿਸਟੀਰੀਅਸ ਸਿਟੀ ਹੈ। ਬੋਥ A ਐਂਡ B ਇਸ ਦਾ ਆਨਸਰ ਹੈਗਾ ਵਾ। ਅੱਗੇ ਹੈ ਦੋਸਤੋ ਵਿਚ ਵਰਡ ਇਨ ਦਾ ਪੈਸੇਜ ਮੀਨ ਐਟਮੋਸਫੇਅਰ, ਮਤਲਬ ਕਿ ਕਿਹੜੇ ਸ਼ਬਦ ਦਾ ਅਰਥ ਦੋਸਤੋ ਜਿਹੜਾ ਹੈਗਾ ਵਾ ਐਟਮੋਸਫੇਅਰ ਹੈ ਜਾਂ ਵਾਯੂਮੰਡਲ, ਜਿਸ ਨੂੰ ਆਪਾਂ ਕਹਿੰਦੇ ਹਾਂ, ਇਹਦਾ ਮਤਲਬ ਪੰਜਾਬੀ ਦੇ ਵਿੱਚ ਵਾਯੂਮੰਡਲ ਹੁੰਦਾ ਵਾ। ਤਾਂ ਇਸ ਦਾ ਆਨਸਰ ਦੋਸਤੋ ਆ ਜਾਏਗਾ ਆਪਣਾ ਐਂਬੀਐਂਸ। ਇਸ ਦਾ ਮਾਹੌਲ ਦੋਸਤੋ ਕੀ ਹੁੰਦਾ ਵਾ, ਇਸ ਦਾ ਆਨਸਰ ਮਤਲਬ ਮੀਨਿੰਗ ਇਸ ਦਾ ਹੁੰਦਾ ਦੋਸਤੋ ਐਂਬੀਐਂਸ, ਮਤਲਬ ਮਾਹੌਲ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਅਤੇ ਅੱਗੇ ਹੈ ਦੋਸਤੋ ਲੁੱਕ ਐਟ ਦਿਸ ਪਿਕਚਰ ਐਂਡ ਆਨਸਰ ਦਾ ਕੁਐਸਚਨ ਗਿਵਨ ਬਿਲੋ, ਮਤਲਬ ਆਹ ਜਿਹੜੀ ਹੈਗੀ ਤੁਸੀਂ ਪਿਕਚਰ ਨੂੰ ਦੇਖਣਾ ਵਾ, ਫਿਰ ਜਿਹੜੇ ਥੱਲੇ ਪ੍ਰਸ਼ਨ ਨੇ ਉਹਨਾਂ ਦੇ ਆਨਸਰ ਦੇਣੇ ਹਨ। ਤਾਂ ਦੋਸਤੋ 2 ਮਿੰਟ ਲਈ ਜਿਹੜਾ ਹੈਗਾ ਇਹ ਪਿਕਚਰ ਨੂੰ ਦੇਖੋ, ਜਦ ਤੱਕ ਮੈਂ ਵੀ ਸਮਝਣ ਦੀ ਕੋਸ਼ਿਸ਼ ਕਰਦਾ ਕਿ ਕੀ ਹੈ ਇਹਦੇ ਵਿੱਚ। ਤਾਂ ਦੋਸਤੋ ਦੇਖੋ ਮੈਂ ਤਾਂ ਦੇਖ ਲਿਆ, ਹੁਣ ਚਲੋ ਤੁਹਾਨੂੰ ਦੱਸ ਦੇਣਾ ਕਿ ਕੀ ਆ। ਸਭ ਤੋਂ ਪਹਿਲਾ ਪ੍ਰਸ਼ਨ ਆ ਦੋਸਤੋ ਹੂ ਡਿਡ ਦਾ ਫੌਕਸ ਇਨਵਾਈਟ ਟੂ ਡਿਨਰ, ਮਤਲਬ ਕਿ
ਲੂੰਬੜੀ ਨੂੰ ਰਾਤ ਦੇ ਖਾਣੇ ਲਈ ਕਿਸ ਨੂੰ ਸੱਦਾ ਜਿਹੜਾ ਹੈਗਾ ਕਿਸ ਨੂੰ ਸੱਦਾ ਦਿੱਤਾ? ਤਾਂ ਦੋਸਤੋ ਇਸਦਾ ਆਂਸਰ ਆਏਗਾ ਦ ਕਰੇਨ, ਯਾਨੀ ਕਿ ਦੋਸਤੋ ਕਰੇਨ ਨੂੰ। ਠੀਕ ਹੈ ਜੀ। ਅੱਗੇ ਹੈ ਆਪਣਾ ਵਟ ਡਿਡ ਹੀ ਸਰਵ ਹਿਜ਼ ਗੈਸਟ ਇਨ ਦਾ ਡਿਨਰ, ਕਿ ਬਈ ਰਾਤ ਦੇ ਖਾਣੇ ਵਿੱਚ ਉਸਨੇ ਆਪਣੇ ਮਹਿਮਾਨ ਨੂੰ ਕੀ ਪਰੋਸਿਆ? ਤਾਂ ਦੋਸਤੋ ਸੂਪ ਜਿਹੜਾ ਹੈਗਾ ਪਰੋਸਿਆ। ਅਗਲਾ ਪ੍ਰਸ਼ਨ ਕੀ ਹੈ ਕਿ ਦ ਫੌਕਸ ਵਾਜ਼ ਵੈਰੀ ਕਨਿੰਗ ਹੀ ਪਲੇਸਡ ਅ, ਠੀਕ ਹੈ ਜੀ, ਡੈਸ਼ ਬਿਫੋਰ ਹਿਜ਼ ਗੈਸਟ, ਯਾਨੀ ਕਿ ਦੋਸਤੋ ਇਸਦਾ ਆ ਜਾਏਗਾ ਆਪਣਾ ਮਤਲਬ ਇਹਦੇ ਵਿੱਚ ਇਹ ਕਹਿ ਰਿਹਾ ਕਿ ਲੂੰਬੜੀ ਬਹੁਤ ਚਲਾਕ ਸੀ, ਉਸਨੇ ਆਪਣੇ ਮਹਿਮਾਨ ਜਿਹੜਾ ਅੱਗੇ ਡੈਸ਼ ਰੱਖਿਆ ਸੀ। ਤਾਂ ਦੋਸਤੋ ਕੀ ਰੱਖਿਆ ਸੀਗਾ? ਫਲੈਟ ਡਿਸ਼। ਠੀਕ ਹੈ, ਫਲੈਟ ਡਿਸ਼ ਰੱਖਿਆ ਸੀ। ਤੇ ਦੋਸਤੋ ਆ ਦੇਖੋ ਇਸ ਦੇ ਆਂਸਰ ਵੀ ਅਸੀਂ ਲੱਭੇ ਹੋਏ ਹਨ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ। ਠੀਕ ਹੈ ਜੀ, ਪਹਿਲੇ ਦਾ ਕਰੇਨ ਆ ਜਾਏਗਾ। ਠੀਕ ਹੈ ਜੀ, ਤੇ ਦੂਸਰੇ ਦਾ ਦੋਸਤੋ ਕੀ ਹੈ? ਸੂਪ ਆ ਜਾਏਗਾ ਆਂਸਰ, ਤੇ ਤੀਸਰੇ ਦਾ ਦੋਸਤੋ ਜਿਹੜਾ ਹੈਗਾ ਫਲੈਟ ਡਿਸ਼ ਆ ਜਾਏਗਾ। ਠੀਕ ਹੈ, ਤਾਂ ਅਸੀਂ ਅਭੀ ਉਹੀ ਟਿਕ ਲਾਏ ਹੋਏ ਹਨ ਜੇ ਆਂਸਰ ਹੈਗੇ ਨੇ। ਆ ਦੇਖੋ ਸੂਪ, ਫਲੈਟ ਡਿਸ਼, ਤੇ ਪਹਿਲੇ ਦਾ ਦੋਸਤੋ ਕਰੇਨ ਸੀਗਾ। ਠੀਕ ਹੈ ਜੀ। ਤੇ ਹੁਣ ਦੋਸਤੋ ਚੌਥਾ ਪ੍ਰਸ਼ਨ ਆਪਣਾ ਕੀ ਹੈ? ਚੌਥਾ ਹੈਗਾ ਕਿ ਵਟ ਡਿਡ ਦ ਕਰੇਨ ਸਰਵ ਦ ਫੌਕਸ ਵੈਨ ਹੀ ਇਨਵਾਈਟਡ ਦ ਫੌਕਸ ਟੂ ਡਿਨਰ। ਮਤਲਬ ਦੋਸਤੋ ਇਹਦੇ ਵਿੱਚ ਇਹ ਕਿਹਾ ਗਿਆ ਵਾ ਕਿ ਬਈ ਕਰੇਨ ਨੇ ਜਿਹੜਾ ਹੈਗਾ ਲੂੰਬੜੀ ਨੂੰ ਜਿਹੜੀ ਕਿ ਕੀ ਸੇਵਾ ਦਿੱਤੀ ਜਦੋਂ ਉਸਨੇ ਲੂੰਬੜੀ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਸੀ। ਠੀਕ ਹੈ ਜੀ, ਤਾਂ ਮਤਲਬ ਇਹਦੇ ਵਿੱਚ ਇਹ ਕਿਹਾ ਵਾ ਕਿ ਕਰੇਨ ਨੇ, ਹੁਣ ਕਰੇਨ ਦੀ ਗੱਲ ਹੋ ਰਹੀ ਹੈ, ਕਰੇਨ ਨੇ ਲੂੰਬੜੀ ਨੂੰ ਕੀ ਸੇਵਾ ਦਿੱਤੀ ਜਦੋਂ ਉਸਨੇ ਲੂੰਬੜੀ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਸੀ? ਤਾਂ ਦੋਸਤੋ ਉਸਨੇ ਜਿਹੜਾ ਹੈਗਾ ਵਾ ਉਸਨੂੰ ਰਾਈਸ ਦਿੱਤੇ ਸੀ। ਠੀਕ ਹੈ ਜੀ, ਯਾਨੀ ਕਿ ਚਾਵਲ। ਠੀਕ ਹੈ ਜੀ, ਤਾਂ ਇਸ ਦਾ ਆਂਸਰ ਵੀ ਤੁਸੀਂ ਆਹ ਦੇਖ ਸਕਦੇ ਹੋ। ਚੌਥੇ ਦਾ ਆਂਸਰ ਦੋਸਤੋ ਕੀ ਆ ਜਾਏਗਾ? ਇੱਥੇ ਰਾਈਸ ਹੈ। ਠੀਕ ਹੈ, ਚੌਥੇ ਕੁਐਸਚਨ ਦਾ। ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਹੈ? ਅਗਲਾ ਹੈ ਦੋਸਤੋ ਦ ਫੌਕਸ ਹੈਡ ਟੂ ਗੋ ਹੰਗਰੀ ਵਾਈ, ਮਤਲਬ ਦੋਸਤੋ ਕਿ ਲੂੰਬੜੀ ਨੂੰ ਭੁੱਖਾ ਰਹਿਣਾ ਪਿਆ ਕਿਉਂ? ਕਿਉਂਕਿ ਦੋਸਤੋ ਬੋਥ ਏ ਐਂਡ ਬੀ, ਬਿਕੋਜ਼ ਦ ਕਰੇਨ ਸਰਵਡ ਦ ਰਾਈਸ ਇਨ ਨੈਰੋ ਜ਼ਾਰ, ਮਤਲਬ ਦੋਸਤੋ ਕਿਉਂਕਿ ਕਰੇਨ ਨੇ ਇੱਕ ਜਿਹੜਾ ਹੈਗਾ ਤੰਗ ਕੜੇ ਵਿੱਚ ਚੌਲਾਂ ਦੀ ਸੇਵਾ ਕੀਤੀ ਸੀ। ਤੇ ਅੱਗੇ ਹੈ ਦੂਸਰਾ ਪੁਆਇੰਟ, ਬਿਕੋਜ਼ ਦ ਫੌਕਸ ਕੁਡ ਨਾਟ ਪੁੱਟ ਹਿਜ਼ ਮਾਊਥ ਇਨ ਦ ਨੈਰੋ ਜ਼ਾਰ, ਮਤਲਬ ਕਿਉਂਕਿ ਲੂੰਬੜੀ ਤੰਗ ਕੜੇ ਵਿੱਚ ਆਪਣਾ ਮੂੰਹ ਨਹੀਂ ਪਾ ਸਕਦੀ ਸੀ। ਠੀਕ ਹੈ ਜੀ, ਇਸ ਲਈ ਦੋਸਤੋ ਇੱਥੇ ਜਿਵੇਂ ਤੁਸੀਂ ਆਹ ਪਿਕਚਰ ਦੇ ਵਿੱਚ ਵੀ ਦੇਖ ਸਕਦੇ ਹੋ, ਤਾਂ ਇਹਦੇ ਵਿੱਚ ਦੋਸਤੋ ਇਸ ਤਰ੍ਹਾਂ ਦਾ ਕੁਛ ਇਹਨਾਂ ਨੇ ਸ਼ੋ ਕੀਤਾ ਹੋਇਆ ਵਾ। ਤਾਂ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਮਤਲਬ ਇਹਦਾ ਹੋ ਗਿਆ। ਇਹਦਾ ਆਂਸਰ ਵੀ ਦੇਖ ਲਓ ਦੋਸਤੋ ਕੀ ਹੈ। ਆ ਦੇਖੋ ਇਹਦਾ ਆਂਸਰ ਦੋਸਤੋ ਦੇਖ ਲਓ ਕਿ ਬੋਥ ਏ ਐਂਡ ਬੀ ਹੀ ਹੈ। ਠੀਕ ਹੈ, ਕੁਐਸਚਨ ਪੰਜਵੇਂ ਦਾ, ਤੇ ਅਸੀਂ ਜਿਹੜਾ ਹੈਗਾ ਟਿਕ ਵੀ ਇੱਥੇ ਦੋਸਤੋ ਕੀ ਹੈ? ਬੋਥ ਏ ਐਂਡ ਬੀ ਹੀ ਲਾਇਆ ਹੈ। ਤੇ ਹੁਣ ਦੋਸਤੋ ਅੱਗੇ ਦੇਖੋ ਤੁਹਾਡੀ ਸੈਕਸ਼ਨ ਬੀ ਹੈ, ਆਬਜੈਕਟਿਵ ਟਾਈਪ ਪ੍ਰਸ਼ਨ ਨੇ। ਤਾਂ ਪਹਿਲਾ ਪ੍ਰਸ਼ਨ ਦੋਸਤੋ ਤੁਹਾਡੇ ਸਾਹਮਣੇ ਹੈ। ਤਾਂ ਦੇਖੋ ਦੋਸਤੋ ਆਹ ਹਾਂਜੀ, ਤਾਂ ਦੇਖੋ ਦੋਸਤੋ ਪਹਿਲਾ ਪ੍ਰਸ਼ਨ ਕੀ ਹੈ ਕਿ ਬੋਸ ਫਾਊਂਡ ਸਿਮਿਲੈਰਿਟੀਜ਼ ਬਿਟਵੀਨ ਡੈਸ਼ ਐਂਡ ਨॉन ਲਿਵਿੰਗ ਥਿੰਗਸ। ਤਾਂ ਦੋਸਤੋ ਆਹ ਵਾਲਾ ਪ੍ਰਸ਼ਨ ਅਸੀਂ ਲੱਭਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਬਟ ਦੋਸਤੋ ਮੈਨੂੰ ਨਹੀਂ ਮਿਲਿਆ। ਜਿੱਥੇ ਤੱਕ ਮੈਨੂੰ ਲੱਗਦਾ ਅੰਦਾਜ਼ਾ ਕਿ ਇੱਥੇ ਜਿਹੜਾ ਹੈਗਾ ਤੁਹਾਡਾ ਕਿ ਲਿਵਿੰਗ ਆਊਗਾ। ਠੀਕ ਹੈ, ਲਿਵਿੰਗ ਐਂਡ ਨॉन ਲਿਵਿੰਗ ਥਿੰਗਸ ਆਊਗਾ। ਬਾਕੀ ਦੋਸਤੋ ਅਗਰ ਤੁਹਾਨੂੰ ਲੱਗਦਾ ਕਿ ਲਿਵਿੰਗ ਨਹੀਂ ਇੱਥੇ ਕੁਝ ਹੋਰ ਆਉਣਾ ਚਾਹੀਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਦਿਓ। ਠੀਕ ਹੈ ਜੀ। ਦੂਸਰਾ ਪ੍ਰਸ਼ਨ ਹੈਗਾ ਕਿ ਹਾਊ ਕੈਨ ਵੀ ਮੇਕ ਦ ਬੈਸਟ ਯੂਜ਼ ਆਫ ਟਾਈਮ, ਮਤਲਬ ਦੋਸਤੋ ਅਸੀਂ ਜਿਹੜਾ ਹੈਗਾ ਸਮੇਂ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕਰ ਸਕਦੇ ਹਾਂ? ਤਾਂ ਦੋਸਤੋ ਇਸ ਦਾ ਆਂਸਰ ਦੇਖ ਲਓ। ਆ ਦੇਖੋ ਦੋਸਤੋ, ਬਾਈ ਸੇਵਿੰਗ ਐਵਰੀ ਸੈਕਿੰਡ ਆਫ ਆਵਰ ਲਾਈਫ। ਠੀਕ ਹੈ ਜੀ, ਮਤਲਬ ਦੋਸਤੋ ਅਸੀਂ ਜਿਹੜੇ ਹੈਗੇ ਆ ਆਪਣਾ ਜਿਹੜਾ ਹੈਗਾ ਸਮਾਂ ਵਾ ਉਸ ਨੂੰ ਕਿਵੇਂ ਮਤਲਬ ਯੂਜ਼ ਕਰ ਸਕਦੇ ਹਾਂ ਸਭ ਤੋਂ ਵਧੀਆ ਦੇ ਨਾਲ? ਤਾਂ ਦੋਸਤੋ ਉਸ ਨੂੰ ਜਿਹੜਾ ਹੈਗਾ ਵਾ ਅਸੀਂ ਆਪਣੇ ਜਿਹੜੇ ਹੈਗੇ ਜ਼ਿੰਦਗੀ ਦੇ ਜਿਹੜੇ ਸਮੇਂ ਨੇ, ਠੀਕ ਹੈ ਜੀ, ਉਹਨਾਂ ਦੇ ਹਰੇਕ ਸੈਕਿੰਡ ਨੂੰ, ਠੀਕ ਹੈ ਜੀ, ਹਰੇਕ ਇੱਕ ਸੈਕਿੰਡ ਨੂੰ, ਠੀਕ ਹੈ ਜੀ, ਮਤਲਬ ਬਚਾ ਕੇ ਅਸੀਂ ਆਪਣਾ ਜਿਹੜਾ ਹੈਗਾ ਵਾ ਸਭ ਤੋਂ ਵਧੀਆ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਆਪਣੇ ਜ਼ਿੰਦਗੀ ਦਾ ਮਤਲਬ ਜੋ ਵੀ ਸਾਡੇ ਕੋਲ ਟਾਈਮ ਹੈਗਾ ਵਾ। ਅਗਲਾ ਦੋਸਤੋ ਪ੍ਰਸ਼ਨ ਦੇਖੋ ਕੀ ਹੈ। ਹਾਂਜੀ, ਅਗਲਾ ਪ੍ਰਸ਼ਨ ਹੈ ਦੋਸਤੋ ਕਿ ਵੀ ਸ਼ੁੱਡ ਨਾਟ ਹੇਟ ਐਨੀ ਬੋਡੀ, ਮਤਲਬ ਕਿ ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਹੈ। ਟਰੂ ਜਾਂ ਫਿਰ ਫਾਲਸ? ਇਹ ਤਾਂ ਦੋਸਤੋ ਤੁਸੀਂ ਵੀ ਜਵਾਬ ਦੇ ਦੋਗੇ, ਇਹਦਾ ਟਰੂ ਹੀ ਹੋਣਾ ਚਾਹੀਦਾ ਵਾ। ਬਾਕੀ ਦੋਸਤੋ ਦੇਖ ਲਓ ਅਸੀਂ ਲੱਭਿਆ ਵੀ ਹੋਇਆ ਹੈ। ਤਾਂ ਦੇਖੋ ਦੋਸਤੋ ਵੀ ਸ਼ੁੱਡ ਨਾਟ ਹੇਟ ਐਨੀ ਬੋਡੀ, ਠੀਕ ਹੈ ਜੀ, ਤਾਂ ਦੋਸਤੋ ਇਸ ਦਾ ਆਂਸਰ ਆ ਜਾਏਗਾ ਆਪਣਾ ਜਿਵੇਂ ਕਿ ਟਰੂ। ਠੀਕ ਹੈ ਜੀ। ਤੇ ਹੁਣ ਅਗਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਸ਼੍ਰੀ ਭੈਣੀ ਸਾਹਿਬ ਇਜ਼ ਸਿਟੂਏਟਡ ਇਨ, ਠੀਕ ਹੈ ਜੀ, ਯਾਨੀ ਕਿ ਸ਼੍ਰੀ ਭੈਣੀ ਸਾਹਿਬ ਕਿੱਥੇ ਸਥਿਤ ਹੈ? ਤਾਂ ਦੋਸਤੋ ਇਸ ਦਾ ਆਂਸਰ ਵੀ ਤੁਸੀਂ ਦੇਖ ਸਕਦੇ ਹੋ। ਤਾਂ ਇਸ ਦਾ ਆਂਸਰ ਦੋਸਤੋ ਆ ਜਾਏਗਾ ਆਪਣਾ ਦੇਖ ਲਓ ਕਿ ਲੁਧਿਆਣੇ ਦੇ ਵਿੱਚ ਜਿਹੜਾ ਹੈਗਾ ਵਾ ਸ਼੍ਰੀ ਭੈਣੀ ਸਾਹਿਬ ਸਥਿਤ ਹੈ ਦੋਸਤੋ। ਅਗਲਾ ਪ੍ਰਸ਼ਨ ਦੋਸਤੋ ਦੇਖੋ ਕੀ ਹੈ ਕਿ ਦ ਬॉय, ਹਾਂਜੀ, ਦ ਬॉय ਆਸਕਡ ਦ ਫਾਰਮਰ ਫॉर ਵਰਕ, ਯਾਨੀ ਕਿ ਮੁੰਡੇ ਨੇ ਕਿਸਾਨ ਨੂੰ ਕੰਮ ਲਈ ਕਿਹਾ। ਟਰੂ ਜਾਂ ਫਿਰ ਫਾਲਸ? ਤਾਂ ਇਸ ਦਾ ਆਂਸਰ ਦੋਸਤੋ ਦੇਖ ਸਕਦੇ ਹੋ ਤੁਸੀਂ ਕੀ ਆ ਜਾਏਗਾ। ਆਹੀ ਕੁਐਸਚਨ ਹੈ ਨਾ ਸੇਮ ਤੁਹਾਡਾ, ਠੀਕ ਹੈ ਜੀ। ਦ ਬॉय ਆਸਕਡ ਦ ਫਾਰਮਰ ਫॉर ਵਰਕ, ਤਾਂ ਦੋਸਤੋ ਇਹਦਾ ਆ ਜਾਏਗਾ ਆਪਣਾ ਟਰੂ। ਠੀਕ ਹੈ ਜੀ, ਤਾਂ ਇਸ ਦਾ ਆਂਸਰ ਜਿਹੜਾ ਹੈਗਾ ਟਰੂ ਆਂਸਰ ਹੋ ਜਾਵੇਗਾ। ਆਪਣਾ ਅਗਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਦ ਨਾਈਟ ਵਾਜ਼ ਟ੍ਰੈਵਲ ਵਿਦ ਡੈਸ਼ ਐਂਡ ਸਟਰੋਮ, ਠੀਕ ਹੈ ਜੀ, ਤਾਂ ਇਹਦਾ ਮਤਲਬ ਦੋਸਤੋ ਕੀ ਹੈ ਦੇਖਦੇ ਹਾਂ ਇਹਦਾ ਪ੍ਰਸ਼ਨ ਦਾ ਆਂਸਰ ਕੀ ਆ ਜਾਏਗਾ। ਤਾਂ ਇਹਦਾ ਦੇਖੋ ਦੋਸਤੋ
ਤਾਂ ਇਹਦਾ ਆਨਸਰ ਦੋਸਤੋ ਸਾਨੂੰ ਨਹੀਂ ਮਿਲ ਪਾਇਆ। ਰੁਕਿਓ ਮੈਂ ਦੇਖਦਾ ਲੱਭਿਆ ਵਾ ਕਿ ਹਾਂਜੀ ਦੋਸਤੋ, ਤਾਂ ਇਹਦਾ ਆਨਸਰ ਵੀ ਸਾਨੂੰ ਮਿਲ ਗਿਆ ਵਾ। ਦੇਖੋ ਇਸ ਦਾ ਆਨਸਰ ਜਿਹੜਾ ਹੈਗਾ ਰੇਨ ਆ ਜਾਏਗਾ। ਆਨਸਰ ਪੰਜਵਾਂ ਇੱਥੇ ਆ, ਪੰਜਵੇਂ ਦਾ ਆਨਸਰ ਦੋਸਤੋ ਆਨਸਰ ਕੀ ਆ ਜਾਏਗਾ ਰੇਨ। ਤਾਂ ਦੇਖ ਲਓ ਪ੍ਰਸ਼ਨ ਨੂੰ ਮਿਲਾ ਲਓ ਇੱਕ ਵਾਰ, ਉਹੀ ਹੈ ਨਾ ਪ੍ਰਸ਼ਨ ਆਪਣਾ ਕਿ ਦ ਨਾਈਟ ਵਾਜ਼ ਟਰੇਵਲ ਵਿਦ ਡੈਸ਼ ਐਂਡ ਸਟਰੋਮ। ਠੀਕ ਹੈ ਜੀ, ਤਾਂ ਇਹਦਾ ਆਨਸਰ ਦੋਸਤੋ ਕੀ ਆ ਜਾਏਗਾ ਰੇਨ ਐਂਡ ਸਟਰੋਮ। ਮਤਲਬ ਦੋਸਤੋ ਇਹਦਾ ਇਹੀ ਆ ਕਿ ਬਈ ਮੀਂਹ ਅਤੇ ਤੂਫਾਨ ਦੇ ਕਾਰਨ ਦੋਸਤੋ ਰਾਤ ਜਿਹੜੀ ਸੀਗੀ ਉਹ ਭਿਆਨਕ ਮਤਲਬ ਸੀਗੀ। ਠੀਕ ਹੈ ਜੀ, ਭਿਆਨਕ ਸੀ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ, ਅਗਲਾ ਪ੍ਰਸ਼ਨ ਹੈਗਾ ਕਿ ਵਟ ਵਾਜ਼ ਹਾਂਜੀ ਵਟ ਵਾਜ਼ ਫਾਊਂਡ। ਠੀਕ ਹੈ ਜੀ, ਵਟ ਵਾਜ਼ ਫਾਊਂਡ ਇਨ ਦ ਰਾਈਟ ਪੋਕਟ ਆਫ ਜੈਕਟ। ਯਾਨੀ ਕਿ ਦੋਸਤੋ ਕਿ ਜਿਹੜਾ ਆਪਣਾ ਸੀਗਾ ਦੋਸਤੋ ਕਿ ਲੇਖਕ ਨੇ ਜਿਹੜਾ ਹੈਗਾ ਸਹੀ ਪਾਇਆ ਕਿ ਬਈ ਜੈਕਟ, ਉਸ ਤੋਂ ਬਾਅਦ ਮਤਲਬ ਕੀ ਹੋਇਆ। ਠੀਕ ਹੈ, ਲੇਖਕ ਨੇ ਸਹੀ ਵਿੱਚ ਕੀ ਪਾਇਆ ਜੈਕਟ ਦੀ ਜੇਬ ਦੇ ਵਿੱਚ। ਠੀਕ ਹੈ ਜੀ, ਤਾਂ ਜਿਹੜਾ ਆਪਣਾ ਕੀ ਸੀਗਾ ਰਾਈਟ ਪੋਕਟ ਆਫ ਜੈਕਟ, ਆਹੀ ਮਤਲਬ ਇਹਦਾ ਕੁਐਸਚਨ। ਠੀਕ ਹੈ ਜੀ, ਤੇ ਇਸ ਦਾ ਆਨਸਰ ਦੋਸਤੋ ਦੇਖ ਲੈਂਦੇ ਹਾਂ ਕਿ ਕੀ ਹੋਇਆ, ਮਤਲਬ ਉਸ ਤੋਂ ਬਾਅਦ ਦੋਸਤੋ ਕੀ ਹੋਇਆ। ਠੀਕ ਹੈ ਜੀ, ਮਤਲਬ ਉਸ ਤੋਂ ਬਾਅਦ ਕੀ ਹੋਇਆ ਜਦੋਂ ਲੇਖਕ ਨੇ ਜਿਹੜਾ ਹੈਗਾ ਵਾ ਲੇਖਕ ਨੇ ਸਹੀ ਪਾਇਆ ਕਿ ਜੈਕਟ ਦੀ ਜੇਬ ਵਿੱਚ ਕੀ ਹੈ। ਤਾਂ ਦੋਸਤੋ ਕੀ ਪਾਇਆ ਉਸਨੇ, ਤਾਂ ਇਸ ਦਾ ਆਨਸਰ ਦੇਖ ਲੈਂਦੇ ਹਾਂ ਦੋਸਤੋ ਆਪਣਾ। ਤਾਂ ਇਸ ਦਾ ਆਨਸਰ ਇਹ ਰਿਹਾ ਕਿ ਹਾਂਜੀ ਦ ਆਊਥਰ। ਠੀਕ ਹੈ ਜੀ, ਤਾਂ ਦੇਖੋ ਦ ਆਊਥਰ ਫਾਊਂਡ ਦਾ 10,000 ਲਾਇਰ ਨੋਟ ਇਨ ਦਾ ਰਾਈਟ ਪੋਕਟ ਆਫ ਦਾ ਜੈਕਟ। ਮਤਲਬ ਦੋਸਤੋ ਲੇਖਕ ਨੇ ਜੈਕਟ ਦੀ ਸੱਜੀ ਜੇਬ ਵਿੱਚ 10,000 ਦਾ ਨੋਟ ਜਿਹੜਾ ਹੈਗਾ ਦੋਸਤੋ ਮਿਲਿਆ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਇਹ ਹੈ। ਤੇ ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਹੈ, ਤੇ ਮਤਲਬ ਦੋਸਤੋ ਇਹਦੇ ਵਿੱਚ ਨਾ ਵਟ ਹੈਪਨਡ ਦਾ ਨਹੀਂ ਲਿਖਿਆ ਹੋਇਆ ਵਾ। ਜਿਵੇਂ ਕਿ ਦੇਖੋ ਇਹਦੇ ਵਿੱਚ ਕੀ ਲਿਖਿਆ ਹੋਇਆ ਵਾ ਵਟ ਹੈਪਨਡ ਹੈਗਾ ਨਾ, ਵਟ ਹੈਪਨਡ ਆਫਟਰ ਦੈਟ। ਠੀਕ ਹੈ ਜੀ, ਤਾਂ ਇੱਥੇ ਸਿਰਫ ਆਹੀ ਲਿਖਿਆ ਹੋਇਆ ਵਾ ਪੋਕਟ ਆਫ ਦਾ ਜੈਕਟ। ਠੀਕ ਹੈ ਜੀ, ਤਾਂ ਇੱਥੇ ਦੋਸਤੋ ਕੀ ਹੈ ਇਹ ਨਹੀਂ ਲਿਖਿਆ ਹੋਇਆ ਵਾ। ਤਾਂ ਇੱਥੇ ਤੱਕ ਤੁਸੀਂ ਇਸ ਦਾ ਆਨਸਰ ਜਿਹੜਾ ਹੈਗਾ ਇਹ ਇੱਥੋਂ ਕੱਟ ਸਕਦੇ ਹੋ ਕਿ ਇਹ ਤੋਂ ਬਾਅਦ ਕੀ ਹੋਇਆ, ਤਾਂ ਇਹ ਲਿਖਣ ਦੀ ਇੱਥੇ ਇਹ ਹੈ ਨਹੀਂਗਾ। ਠੀਕ ਹੈ ਜੀ, ਕਿਉਂਕਿ ਦੋਸਤੋ ਆਪਣਾ ਕੁਐਸਚਨ ਸਿਰਫ ਇੱਥੇ ਤੱਕ ਹੀ ਸੀਗਾ ਦੋਸਤੋ। ਠੀਕ ਹੈ, ਤੇ ਉਸ ਤੋਂ ਬਾਅਦ ਦੋਸਤੋ ਕੀ ਹੈ ਆਪਣਾ ਪ੍ਰਸ਼ਨ ਦੇਖਦੇ ਹਾਂ ਅਗਲਾ। ਤਾਂ ਇਹਦੇ ਵਿੱਚ ਦੋਸਤੋ ਵਟ ਵਾਜ਼ ਫਾਊਂਡ, ਤੇ ਇੱਥੇ ਕੀ ਲਿਖਿਆ ਹੋਇਆ ਵਾ ਵਟ ਡਿਡ ਦਾ ਆਊਥਰ ਫਾਈਂਡ ਇਨ ਦਾ ਰਾਈਟ ਪੋਕਟ। ਚਲੋ ਕੋਈ ਨਹੀਂ, ਤੁਸੀਂ ਬਸ ਆਹੀ ਵਾਲਾ ਆਨਸਰ ਜਿਹੜਾ ਹੈਗਾ ਲਿਖ ਦਿਓ, ਕਿਉਂਕਿ ਇੱਕ ਨੰਬਰ ਦਾ ਹੀ ਇਹ ਹੈਗਾ ਵਾ, ਇੰਨਾ ਵੱਡਾ ਲਿਖਣ ਦੀ ਲੋੜ ਨਹੀਂ ਹੈਗੀ ਆ। ਠੀਕ ਹੈ ਜੀ, ਤੇ ਦੋਸਤੋ ਹੁਣ ਅਗਲਾ ਤੁਹਾਡਾ ਹੈਗਾ ਵਾ ਸੈਕਸ਼ਨ ਸੀ ਹੈ। ਠੀਕ ਹੈ, ਇੰਗਲਿਸ਼ ਮੀਡੀਅਮ ਕੋਰਸ ਦੀ ਇਹ ਵਿੱਚੋਂ ਪ੍ਰਸ਼ਨ ਆ। ਠੀਕ ਹੈ ਜੀ, ਤਾਂ ਪਹਿਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਮੇਕ ਹਾਂਜੀ ਮੇਕ ਅ ਲਿਸਟ ਕੁਆਲਿਟੀਜ਼ ਦੇ ਯੂ ਹੈਵ ਇਨ ਯੂਅਰ ਸੈਲਫ। ਮਤਲਬ ਤੁਹਾਡੇ ਅੰਦਰ ਜਿਹੜੇ ਹੈਗੇ ਜੋ ਗੁਣ ਹਨ ਉਹਨਾਂ ਦੀ ਸੂਚੀ ਬਣਾਓ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਹਾਂ ਆਪਾਂ। ਚਲੋ ਤਾਂ ਆਹ ਦੇਖੋ ਦੋਸਤੋ ਇਸ ਦਾ ਆਨਸਰ ਇਹ ਹੈ ਕਿ ਇਸ ਦਾ ਆਨਸਰ ਕਿੱਥੇ ਗਿਆ, 2 ਮਿੰਟ ਦੋਸਤੋ ਮੈਂ ਇਸ ਨੂੰ ਲੱਭਦਾ, ਪ੍ਰਸ਼ਨ ਰੁਕਿਓ। ਤਾਂ ਦੋਸਤੋ ਦੇਖੋ ਇਸ ਦਾ ਆਨਸਰ ਆ ਜਾਏਗਾ ਕਿ ਆਈ ਹੈਵ ਸਰਟੇਨ ਕੁਆਲਿਟੀਜ਼ ਦੈਟ ਆਈ ਵਾਂਟ ਟੂ ਸ਼ੇਅਰ। ਠੀਕ ਹੈ ਜੀ, ਮਤਲਬ ਦੋਸਤੋ ਇਹਦੇ ਵਿੱਚ ਆਹ ਲਿਖਿਆ ਹੋਇਆ ਵਾ ਕਿ ਮੇਰੇ ਉੱਤਰ ਮਤਲਬ ਇਹ ਹੈ ਕਿ ਮੇਰੇ ਕੋਲ ਕੁਝ ਗੁਣ ਹਨ ਜੋ ਮੈਂ ਸਾਂਝਾ ਕਰਨਾ ਚਾਹੁੰਦਾ ਹਾਂ। ਠੀਕ ਹੈ ਜੀ, ਆਈ ਐਮ ਅ ਕਾਈਂਡ ਹਾਰਟਡ ਪਰਸਨ ਐਂਡ ਆਲਵੇਜ਼ ਟਰਾਈ ਟੂ ਮੇਕ ਪੀਪਲ ਹੈਪੀ। ਠੀਕ ਹੈ ਜੀ, ਮੈਂ ਇੱਕ ਦਿਆਲੂ ਵਿਅਕਤੀ ਹਾਂ ਅਤੇ ਹਮੇਸ਼ਾ ਲੋਕਾਂ ਨੂੰ ਜਿਹੜਾ ਹੈਗਾ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਠੀਕ ਹੈ ਜੀ, ਅੱਗੇ ਹੈ ਦੋਸਤੋ ਆਈ ਐਮ ਦਾ ਇੰਪੈਥਿਕ ਐਂਡ ਕੇਅਰਿੰਗ। ਮਤਲਬ ਦੋਸਤੋ ਮੈਂ ਹਮਦਰਦ ਅਤੇ ਦੇਖਭਾਲ ਕਰਨ ਵਾਲਾ ਹਾਂ। ਨਾਟ ਓਨਲੀ ਦਿਸ ਆਈ ਲਵ ਡਿਸਕਵਰਿੰਗ ਐਂਡ ਟਰਾਈਂਗ ਨਿਊ ਥਿੰਗਸ ਇਨ ਦਾ ਵਰਲਡ ਅਰਾਊਂਡ ਅਸ। ਸਿਰਫ ਇਹੀ ਨਹੀਂ ਕਿ ਸਾਡੇ ਜਿਹੜੇ ਹੈਗੇ ਆਲੇ ਦੁਆਲੇ ਮਤਲਬ ਨਾਲ ਹੀ ਮੈਨੂੰ ਜਿਹੜਾ ਹੈਗਾ ਵਾ ਸਾਡੇ ਆਲੇ ਦੁਆਲੇ ਦੀ ਦੁਨੀਆ ਵਿੱਚ ਨਵੀਆਂ ਚੀਜ਼ਾਂ ਦੀ ਖੋਜ ਅਤੇ ਕੋਸ਼ਿਸ਼ ਕਰਨਾ ਪਸੰਦ ਹੈ। ਠੀਕ ਹੈ ਜੀ, ਤਾਂ ਹੁਣ ਅਗਲਾ ਪ੍ਰਸ਼ਨ ਦੋਸਤੋ ਦੇਖ ਲੈਂਦੇ ਹਾਂ। ਅਗਲਾ ਪ੍ਰਸ਼ਨ ਹੈ ਦੋਸਤੋ ਵਟ ਡਿਡ ਬੋਸ ਹੈਵ ਟੂ ਸਟਰਗਲ ਫੋਰ। ਠੀਕ ਹੈ ਜੀ, ਜਿਹੜਾ ਕਿ ਬੋਸ ਸੀਗਾ ਉਸ ਨੂੰ ਕਿਸ ਲਈ ਜਿਹੜਾ ਹੈਗਾ ਸੰਘਰਸ਼ ਕਰਨਾ ਪਿਆ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਹਾਂ। ਤਾਂ ਦੇਖੋ ਦੋਸਤੋ ਆਹੀ ਹੈ ਨਾ ਆਪਣਾ ਪ੍ਰਸ਼ਨ ਕਿ ਬੋਸ ਵਰਕਡ ਐਜ਼ ਅ ਪ੍ਰੋਫੈਸਰ ਆਫ ਫਿਜ਼ਿਕਸ ਇਨ ਕੋਲਕਾਤਾ ਬਟ ਹੀ ਵਾਜ਼ ਗਿਵਨ ਓਨਲੀ ਹਾਫ the rate of European professor. Bose protest against it in the end victory was his। ਮਤਲਬ ਦੋਸਤੋ ਕੀ ਹੈ ਕਿ ਬੋਸ ਨੇ ਜਿਹੜਾ ਹੈਗਾ ਕੋਲਕਾਤਾ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਵਜੋਂ ਕੰਮ ਕੀਤਾ, ਪਰ ਉਸ ਨੂੰ ਜਿਹੜਾ ਹੈਗਾ ਇੱਕ ਯੂਰੋਪੀਅਨ ਪ੍ਰੋਫੈਸਰ ਨਾਲੋਂ ਅੱਧਾ ਰੇਟ ਹੀ ਦਿੱਤਾ ਗਿਆ। ਬੋਸ ਨੇ ਇਸ ਦਾ ਵਿਰੋਧ ਕੀਤਾ, ਅੰਤ ਵਿੱਚ ਉਸ ਦੀ ਜਿਹੜੀ ਹੈਗੀ ਆ ਜਿੱਤ ਹੋਈ। ਠੀਕ ਹੈ ਜੀ, ਅਗਲਾ ਪ੍ਰਸ਼ਨ ਦੋਸਤੋ ਦੇਖੋ ਕੀ ਹੈ। ਅਗਲਾ ਪ੍ਰਸ਼ਨ ਹੈ ਦੋਸਤੋ ਕਿ ਵਟ ਟਾਈਪ ਆਫ ਪ੍ਰੀਸ਼ੀਅਸ ਮੂਮੈਂਟ ਸ਼ੁੱਡ ਨਾਟ ਬੀ ਲੋਸਟ। ਮਤਲਬ ਕਿ ਜਿਹੜੇ ਹੈਗੇ ਕਿਹੋ ਜਿਹੇ ਕੀਮਤੀ ਪਲ ਨੂੰ ਗਵਾਉਣਾ ਨਹੀਂ ਚਾਹੀਦਾ ਹੈ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਆ। ਤਾਂ ਦੇਖੋ ਦੋਸਤੋ ਇਸ ਦਾ ਆਨਸਰ ਕੀ ਆ ਜਾਏਗਾ। ਤਾਂ ਦੇਖੋ ਦੋਸਤੋ ਇਸ ਦਾ ਆਨਸਰ ਕਿ ਦੇयर ਇਜ਼ ਸਮ ਟਾਈਮ ਅ ਮੂਮੈਂਟ ਦੈਟ ਕੈਨ ਮੇਕ ਔਰ ਮੇਅਰ ਪਰਸਨ ਹੋਲ ਫॉर फ्यूचर सच आ मोमेंट इज़ प्रीशियस इट शुड नॉट बी लॉस्ट। मतलब कि ਜਿਹੜਾ ਹੈਗਾ ਕਈ ਵਾਰੀ ਅਜਿਹਾ ਪਲ ਹੁੰਦਾ ਹੈ ਜੋ ਵਿਅਕਤੀ ਦਾ ਪੂਰਾ ਭਵਿੱਖ ਬਣਾ ਜਾਂ ਫਿਰ ਮਾਰ ਸਕਦਾ ਹੈ। ਅਜਿਹਾ ਪਲ ਅਨਮੋਲ ਹੁੰਦਾ ਹੈ, ਇਸ ਨੂੰ ਗਵਾਉਣਾ ਨਹੀਂ ਚਾਹੀਦਾ ਹੈ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਕਿ ਹੂ ਵਾਜ਼ ਸ਼ੇਰ ਸਿੰਘ ਬਹਾਦਰ। ਠੀਕ ਹੈ ਜੀ, ਯਾਨੀ ਕਿ ਬਈ ਜਿਹੜਾ ਹੈਗਾ ਸ਼ੇਰ ਸਿੰਘ ਬਹਾਦਰ ਕੌਣ ਸੀ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਆ। ਤਾਂ ਦੇਖੋ ਦੋਸਤੋ ਸ਼ੇਰ ਸਿੰਘ ਬਹਾਦਰ ਵਾਜ਼ ਅ ਫੇਮਸ ਹੰਟਰ। ਹੀ ਲਿਵਡ ਇਨ
ਲਲਦਵਾਣੀ ਵਿਲੇਜ। मतलब दोस्तों शेर सिंह बहादुर एक मशहूर शिकारी सी, ਉਹ ਜਿਹੜਾ ਹੈਗਾ ਲਲਦਵਾਣੀ ਪਿੰਡ ਵਿੱਚ ਰਹਿੰਦਾ ਸੀਗਾ ਦੋਸਤੋ। ਅਗਲਾ ਆਪਣਾ ਪ੍ਰਸ਼ਨ ਦੋਸਤੋ ਕੀ ਹੈ? ਹਾਂਜੀ, ਤਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਹੈ ਦੋਸਤੋ ਕਿ ਹੈਵ ਦਾ ਟ੍ਰੈਡੀਸ਼ਨਲ ਬਲੀਫ ਅਬਾਊਟ ਮੂਨ ਪ੍ਰੂਵਡ ਟਰੂ, ਯਾਨੀ ਕਿ ਕੀ ਚੰਦਰਮਾ ਬਾਰੇ ਜਿਹੜੀ ਹੈਗੀ ਆ ਪਰੰਪਰਾਗਤ ਵਿਸ਼ਵਾਸ ਸੱਚ ਸਾਬਿਤ ਹੋਏ ਹਨ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਹਾਂ। ਆਨਸਰ ਕੀ ਆ ਜਾਏਗਾ ਦੋਸਤੋ ਇਸ ਦਾ? ਦੇਖੋ ਵੇਟ ਦੋਸਤੋ, ਇੱਥੇ ਸਕਰੀਨ ਹੋਊਗੀ ਤਾਂ ਦੇਖੋ ਦੋਸਤੋ ਇਸ ਦਾ ਆਨਸਰ। ਤਾਂ ਦੋਸਤੋ ਆंसर है कि तो नो द ट्रेडिशनल बिलीफ हैव बिन प्रूवड रॉन्ग, मतलब कि ਜਿਹੜਾ ਹੈਗਾ ਨਹੀਂ ਪਰੰਪਰਾਗਤ ਵਿਸ਼ਵਾਸਾਂ ਨੂੰ ਗਲਤ ਸਾਬਿਤ ਕੀਤਾ ਗਿਆ ਹੈ। ਠੀਕ ਹੈ ਜੀ। ਤੇ ਹੁਣ ਅਗਲਾ ਪ੍ਰਸ਼ਨ ਦੋਸਤੋ ਕੀ ਹੈ? ਅਗਲਾ ਪ੍ਰਸ਼ਨ ਹੈ ਦੋਸਤੋ ਤੁਹਾਡੇ ਇਹ ਦੂਸਰਾ ਵਾ ਹੁਣ ਕਿ ਵਾਈ ਡਜ਼ ਲਿੰਕਨ ਨਾਟ ਵਾਂਟ ਹਿਜ਼ ਸਨ ਟੂ ਬੀ ਕੋਡਲਡ। ਠੀਕ ਹੈ ਜੀ, ਯਾਨੀ ਕਿ ਦੋਸਤੋ ਲਿੰਕਨ ਜਿਹੜਾ ਹੈਗਾ ਕਿਉਂ ਚਾਹੁੰਦਾ ਹੈ ਕਿ ਉਸਦਾ ਪੁੱਤਰ ਗਲੇ ਵਿੱਚ ਜਿਹੜਾ ਹੈਗਾ ਨਾ ਪਾਇਆ ਜਾਵੇ। ਠੀਕ ਹੈ ਜੀ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਹਾਂ। तो देखो दोस्तों इसका आंसर किया जाएगा, तो आही अपना प्रश्न है। ठीक है जी, सेम। तो देखो दोस्तों बिकॉज वंस बिकम टाउ ओनली बाय पासिंग थ्रू द डिफिकल्टीज एंड हार्डशिप्स ऑफ लाइफ, सो दैट इज वाई ही डज नॉट वांट हिज सन टू बी कडल्ड। ठीक है जी। तो मतलब दोस्तों ये यही लिखा है कि क्योंकि औकड़ा ਅਤੇ मुसीबतां ਵਿੱਚੋਂ ਲੰਘ ਕੇ ਹੀ ਇਨਸਾਨ ਜਿਹੜਾ ਹੈਗਾ ਸਖਤ ਹੋ ਜਾਂਦਾ ਹੈ ਜੀਵਨ ਵਿੱਚ, ਇਸ ਲਈ ਉਹ ਨਹੀਂ ਚਾਹੁੰਦਾ ਕਿ ਉਸਦੇ ਪੁੱਤਰ ਨੂੰ ਜਿਹੜਾ ਹੈਗਾ ਗਲੇ ਲਗਾਇਆ ਜਾਵੇ। ਠੀਕ ਹੈ ਜੀ। ਤੇ ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਹੈ? ਅਗਲਾ ਪ੍ਰਸ਼ਨ ਹੈ ਦੋਸਤੋ ਵਟ ਵਾਜ਼ ਦਾ ਇਵੈਂਟ ਦੈਟ ਸਰਪ੍ਰਾਈਜ਼ਡ ਦਾ ਵਰਲਡ, मतलब दोस्तों कि दुनिया ਦਾ ਹੈਰਾਨ ਕਰ ਦੇਣ ਵਾਲਾ ਕਿਹੜੀ ਜਿਹੜੀ ਘਟਨਾ ਸੀ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਆ। ਤਾਂ ਇਸ ਦਾ ਆਨਸਰ ਹੈ ਦੋਸਤੋ ਆ ਦੇਖੋ, ਹਾਂਜੀ ਆਹੀ ਕੁਐਸਚਨ ਹੈ ਨਾ ਆਪਣਾ। ਜੇਸੀ ਬੋਸ हैड ਜਿਹੜਾ ਹੈਗਾ ਵਾ ਇਨਵੈਂਟਡ ਆ ਇੰਸਟਰੂਮੈਂਟ ਦੈਟ ਕੁਡ ਮੇਜ਼ਰ ਦ ਗਰੋਥ ਆਫ ਪਲਾਂਟਸ, ਯਾਨੀ ਕਿ ਦੋਸਤੋ ਜੇਸੀ ਬੋਸ ਨੇ ਇੱਕ ਯੰਤਰ ਦੀ ਖੋਜ ਕੀਤੀ ਸੀ ਜੋ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ। ਹੀ ਆਲਸੋ ਪ੍ਰੂਵਡ ਦੈਟ ਪਲਾਂਟਸ ਹੈਵ ਹਰਟਸ ਹੈਂਡ ਕੈਨ ਫੀਲ। ਹੀ ਪ੍ਰੂਵਡ ਦੈਟ ਪਲਾਂਟ ਕੈਨ ਸੀ, ਮਤਲਬ ਉਸਨੇ ਇਹ ਵੀ ਸਾਬਿਤ ਕੀਤਾ ਕਿ ਪੌਦਿਆਂ ਵਿੱਚ ਦਿਲ ਹੁੰਦੇ ਹਨ ਅਤੇ ਮਹਿਸੂਸ ਕਰ ਸਕਦੇ ਹਨ। ਉਸਨੇ ਸਾਬਿਤ ਕੀਤਾ ਕਿ ਪੌਦੇ ਦੇਖ ਸਕਦੇ ਹਨ। ਤਾਂ ਇਸ ਦਾ ਆਨਸਰ ਇਹ ਹੋ ਗਿਆ। ਹੁਣ ਦੋਸਤੋ ਆਪਣਾ ਅਗਲਾ ਕੀ ਹੈ? ਅਗਲਾ ਦੋਸਤੋ ਤੁਹਾਡੀ ਆਹ ਇੰਗਲਿਸ਼ ਮੇਨ ਕੋਰਸ ਦੇ ਵਿੱਚ ਪੋਇਟਰੀ ਆ। ਠੀਕ ਹੈ ਜੀ, ਯਾਨੀ ਕਿ ਆਹ ਪੋਇਟਰੀ ਤੁਸੀਂ ਆਹ ਜਿਹੜਾ ਹੈਗਾ ਤੁਹਾਡਾ ਸਟੈਂਜਾ ਵਾ, ਮਤਲਬ ਇੱਕ ਤਰ੍ਹਾਂ ਤੋਂ ਸਟੈਂਜਾ ਆਹ ਤੁਸੀਂ ਆਹ ਰੀਡ ਕਰਨਾ ਵਾ। ਠੀਕ ਹੈ, ਫਿਰ ਜਿਹੜੇ ਇਹਨਾਂ ਦੇ ਪ੍ਰਸ਼ਨ ਨੇ ਇਹਨਾਂ ਦੇ ਤੁਸੀਂ ਉੱਤਰ ਦੇਣੇ ਹਨ। ਤਾਂ ਦੋਸਤੋ 2 ਮਿੰਟ ਲਈ ਜਿਹੜਾ ਹੈਗਾ ਸਕਰੀਨ ਨੂੰ ਰੋਕੋ, ਆਹ ਵਾਲਾ ਪੈਰਾ ਪੜ੍ਹੋ ਜਦ ਤੱਕ, ਇੱਥੋਂ ਤੋਂ ਲੈ ਕੇ ਇੱਥੇ ਤੱਕ, ਜਦ ਤੱਕ ਮੈਂ ਵੀ ਪੜ੍ਹ ਲੈਣਾ। ਤਾਂ ਦੋਸਤੋ ਤੁਸੀਂ ਪੜ੍ਹ ਲਿਆ ਹੋਣਾ। ਇਹਦੇ ਵਿੱਚ ਮਤਲਬ ਆ ਦੇਖੋ ਜਿਹੜਾ ਤੁਹਾਡਾ ਇਹ ਪੈਰਾ ਲਿਖਿਆ ਹੋਇਆ ਹੈ ਕਿ ਡਿਲੀਵਰੈਂਸ ਦਾ ਮਤਲਬ ਦੋਸਤੋ ਕੀ ਹੁੰਦਾ? ਛੁਟਕਾਰਾ ਜਾਂ ਫਿਰ ਮੁਕਤੀ। ਠੀਕ ਹੈ ਜੀ। ਤਾਂ ਦੇਖੋ ਇਹਦੇ ਵਿੱਚ ਮਤਲਬ ਕੀ ਲਿਖਿਆ ਹੈ ਕਿ ਵੇਅਰ ਇਜ਼ ਦਿਸ ਡਿਲੀਵਰੈਂਸ ਟੂ ਬੀ ਫਾਊਂਡ ਆਵਰ ਮਾਸਟਰ ਹਿਮਸੈਲਫ, ਮਤਲਬ ਦੋਸਤੋ ਇਹ ਛੁਟਕਾਰਾ ਜਿਹੜਾ ਹੈਗਾ ਕਿੱਥੇ ਪਾਇਆ ਜਾ ਸਕਦਾ ਹੈ ਜਾਂ ਫਿਰ ਮੁਕਤੀ ਜਿਹੜੀ ਹੈਗਾ ਕਿੱਥੇ ਪਾਈ ਜਾ ਸਕਦੀ ਹੈ। ਠੀਕ ਹੈ ਜੀ। ਤੇ ਇੱਥੇ ਅੱਗੇ ਇਹਨਾਂ ਨੇ ਹੋਰ ਲਿਖਿਆ ਕਿ ਜਿਹੜਾ ਹੈਗਾ ਵਾ ਸਾਡੇ ਆਵਰ ਮਾਸਟਰ ਹਿਮਸੈਲਫ। ਠੀਕ ਹੈ ਜੀ, ਯਾਨੀ ਕਿ ਸਾਡੇ ਮਾਲਕ ਨੇ ਜਿਹੜਾ ਹੈਗਾ ਵਾ ਖੁਦਕੁਸ਼ੀ ਨਾਲ ਜਿਹੜਾ ਹੈਗਾ ਸ੍ਰਿਸ਼ਟੀ ਦੀਆਂ ਹੱਡੀਆਂ ਨੂੰ ਜਿਹੜਾ ਹੈਗਾ ਵਾ ਦੋਸਤੋ ਕੀ ਕੀਤਾ ਹੈ? ਆਪਣੇ ਉੱਤੇ ਲੈ ਲਿਆ ਅਤੇ ਉਹ ਸਾਡੇ ਸਾਰਿਆਂ ਨਾਲ ਜਿਹੜਾ ਹੈਗਾ ਵੱਜਿਆ ਹੋਇਆ ਹੈ। ਹੀ ਇਜ਼ ਬਾਉਂਡ ਵਿਦ ਅਸ ਆਲ ਫੋਰ ਐਵਰ। ਠੀਕ ਹੈ ਜੀ। ਤੇ ਹੁਣ ਦੋਸਤੋ ਪ੍ਰਸ਼ਨ ਪਹਿਲਾ ਨਿਕਲ ਕਰ ਆ ਰਿਹਾ ਕਿ ਵਟ ਇਜ਼ ਮੀਨਡ ਬਾਏ ਡਿਲੀਵਰੈਂਸ, ਮਤਲਬ ਕਿ ਮੁਕਤੀ ਦਾ ਕੀ ਅਰਥ ਹੈ ਜਾਂ ਫਿਰ ਛੁਟਕਾਰਾ ਦਾ ਕੀ ਅਰਥ ਹੈ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਹਾਂ। ਤਾਂ ਦੋਸਤੋ ਇਹ ਵਾਲਾ ਜਿਹੜਾ ਸੀਗਾ ਅਸੀਂ ਲੱਭ ਲਿਆ ਵਾ, ਤਾਂ ਹੀ ਤੁਹਾਡਾ ਹੈਗਾ ਨਾ ਡਿਲੀਵਰੈਂਸ ਵਾਲਾ ਸਟੈਂਜਾ ਸੀ। ਠੀਕ ਹੈ ਜੀ। ਤਾਂ ਪਹਿਲਾ ਪ੍ਰਸ਼ਨ ਕੀ ਹੈ ਆਪਣਾ? ਵਟ ਇਜ਼ ਮੀਨਡ ਬਾਏ ਡਿਲੀਵਰੈਂਸ, ਯਾਨੀ ਕਿ ਛੁਟਕਾਰਾ ਜਾਂ ਮੁਕਤੀ ਤੋਂ ਕੀ ਅਰਥ ਹੈ? ਤਾਂ ਡਿਲੀਵਰੈਂਸ ਮੀਨਸ ਫਰੀडम फ्रॉम अ लाइफ ऑफ टॉयल, मतलब छुटकारा का अर्थ है कि मेहनत की जिंदगी तो आज़ादी। ठीक है जी। तो इसका मतलब ये हो जाएगा। पहला प्रश्न हो गया वट इज़ ये वाला डिलीवरेंस वाला। अगे दोस्तों हु इज़ अवर मास्टर। ठीक है जी, यानी कि दोस्तों साडा जिहड़ा हैगा वा मालक कौन है? तो दोस्तों इसका आंसर देखो। ठीक है जी, हु इज़ मास्टर? तो गॉड इज़ अवर मास्टर, यानी कि दोस्तों रब साडा जिहड़ा हैगा मालिक है। ठीक है जी। तो हुण दोस्तों दूसरा प्रश्न की है अपना? तो अगे देखो दोस्तों की है कि वट बाउंड्स हैज़ अवर मास्टर टेकन अप हिम सैल्फ, मतलब दोस्तों ਇਹਦਾ ਕੀ ਹੈ ਕਿ ਮਾਲਕ ਨੇ ਆਪਣੇ ਉੱਤੇ ਕਿਹੜੇ ਬੰਧਨ ਲਏ ਹਨ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਆ। ਤਾਂ ਦੇਖੋ ਦੋਸਤੋ ਇਸ ਦਾ ਆਨਸਰ ਆ ਜਾਏਗਾ ਆਪਣਾ ਕਿ ਹੀ ਹੈਜ਼ ਟੇਕਨ ਅਪ ਹਿਮਸੈਲਫ ਦ ਬੌਂਡਸ ਆਫ ਕ੍ਰੀਏਸ਼ਨ। ਠੀਕ ਹੈ ਜੀ। ਤਾਂ ਉਸਨੇ ਸ੍ਰਿਸ਼ਟੀ ਦੇ ਬੰਧਨ ਆਪਣੇ ਉੱਤੇ ਲੈ ਲਏ ਹਨ। ਤਾਂ ਇਸ ਦਾ ਆਨਸਰ ਇਸ ਪ੍ਰਕਾਰ ਤੁਸੀਂ ਲਿਖ ਸਕਦੇ ਹੋ। ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਹੈ? ਹਾਂਜੀ ਇਹ ਹੋ ਗਿਆ ਦੋਸਤੋ। ਅਗਲਾ ਹੈ ਦੋਸਤੋ ਤੁਹਾਡਾ ਕਿ ਇਹਦੇ ਵਿੱਚ ਮਤਲਬ ਸੈਂਟਰਲ ਆਈਡੀਆ ਕਰ ਲਿਓ ਤੁਸੀਂ, ਤੇ ਆ ਵੀ ਚਲੋ ਕਰ ਲੈਂਦੇ ਹਾਂ, ਕੋਈ ਨਹੀਂ। ਦਿਸ ਪੋਇਮ ਇਜ਼ ਐਨ ਅਟੈਂਪਟ ਟੂ ਕ੍ਰੀਏਟ ਬ੍ਰਦਰਹੁੱਡ ਅਮੰਗਸ ਪੀਪਲ ਡਿਸਕਸ। ਠੀਕ ਹੈ ਜੀ। ਤਾਂ ਇਸ ਦਾ ਆਨਸਰ ਦੋਸਤੋ ਦੇਖ ਲੈਂਦੇ ਹਾਂ ਪਹਿਲਾਂ ਕਿੱਥੇ ਲਿਖਿਆ ਹੋਇਆ ਸੀ। ਤਾਂ ਦੇਖੋ ਲੱਭਿਆ ਵੀ ਹੈ ਕਿ ਨਹੀਂ? ਤਾਂ ਹਾਂਜੀ ਦੋਸਤੋ ਆਹੀ ਆਪਣਾ ਕੁਐਸਚਨ ਆ ਸੇਮ। ਦੇਖੋ ਤਾਂ ਹਾਂ ਦੋਸਤੋ ਦੇਖੋ ਆਹੀ ਵਾਲਾ ਹੈਗਾ ਵਾ। ਤਾਂ ਦੇਖੋ ਕੀ ਇਹਦਾ ਮਤਲਬ ਇਹਦੇ ਵਿੱਚ ਆ ਲਿਖਿਆ ਹੋਇਆ ਕਿ ਬਈ ਇਹ ਕਵਿਤਾ ਲੋਕਾਂ ਵਿੱਚ ਭਾਈਚਾਰਾ ਜਿਹੜਾ ਹੈਗਾ ਪੈਦਾ ਕਰਨ ਦਾ ਉਪਰਾਲਾ ਜਿਹੜੀ ਹੈਗੀ ਆ ਹੈ, ਤੇ ਇਸ 'ਤੇ ਚਰਚਾ ਕਰੋ। ਤਾਂ ਦੇਖੋ ਦੋਸਤੋ ਆਨਸਰ ਕੀ ਹੈ ਕਿ ਦਿਸ ਪੋਇਮ
हाँ जी, दिस पोएम ट्राइज टू क्रिएट अ फीलिंग ऑफ ब्रदरहुड अमंग ऑल पीपल। ठीक है जी, यह कविता सारे लोगों में भाईचारक सांझ जी भावना पैदा करने की कोशिश करती है। इट से दैट नो मैन और कंट्रीज आर फॉरन, ऑल मैन हैव द सेम काइंड ऑफ बॉडी, दे ब्रीथ इन द सेम वे, दे ईट स्लीप एंड वेकअप इन द सेम मैनर, आफ्टर देयर डेथ दे लाई अंडर द सेम अर्थ, दस ऑल मैन आर ब्रदर्स। मतलब दोस्तों ये यही आ कि बई ये जोड़ा है कहता है कि कोई भी जोड़ा आदमी या फिर देश विदेशी नहीं देशी या फिर देश विदेशी नहीं हैं। ठीक है, सारे मर्दा का शरीर जोड़ा है इक्को जिहा हुंदा है, वो इस तरह ही साह लेंदे हैं, वो इस तरह ही खाते हैं, सौंदे हैं, जागते हैं। ठीक है जी, तो जोड़ा है जागते हैं तो ਉਹਨਾਂ ਦੀ मौत तो बाद, ठीक है जी, आफ्टर देयर डैथ, ठीक है जी, ਉਹਨਾਂ ਦੀ मौत तो बाद ਉਹ ਉਸੇ ਧਰਤੀ ਦੇ ਜਿਹੜੇ ਹੇਠ ਪਾਏ ਹਨ। ਇਸੇ ਤਰ੍ਹਾਂ ਸਾਰੇ ਆਦਮੀ ਭਰਾ ਹਨ। ਠੀਕ है जी, तो ਹੁਣ ਦੋਸਤੋ अपना अगला प्रश्न देख लेने। अगला प्रश्न की सीगा कि सेंट्रल आइडिया ऑफ आ वाला ਜਿਹੜਾ ਤੁਹਾਡਾ पोएम आ द नाइटिंगेल एंड द ग्लो वॉर्म। ठीक है, तो दोस्तों इसका सेंट्रल आइडिया देख लेने। तो आ देखो दोस्तों आही है ना, तो सेंट्रल आइडिया करते हैं दोस्तों। देखो द स्टोरी ऑफ द नाइट, हाँ जी, नाइट एंगल एंड द ग्लो वॉर्म एज रिलेटेड इन द पोएम कैरीज अ लवली लैसन फॉर मन काइंड। मतलब दोस्तों ये कविता विच संबंधित नाइट एंगल ਅਤੇ ਗਲੋ ਵਾਰਮ ਦੀ ਕਹਾਣੀ ਮਨੁੱਖ ਜਾਤੀ ਲਈ ਇੱਕ ਪਿਆਰਾ ਜਿਹੜੀ ਹੈਗੀ ਸਬਕ ਹੈ। ਐਵਰੀ ਆਬਜੈਕਟ ਆਫ ਨੇਚਰ ਲਿਵਿੰਗ ਔਰ ਨॉन ਲਿਵਿੰਗ ਇਜ਼ ਯੂਸਫੁਲ ਇਨ ਇਟਸ ਓਨ ਵੇ। ਠੀਕ ਹੈ ਜੀ, यानी कि दोस्तों कुदरत की हर वस्तु जीवत या फिर दोस्तों गैर प्यार अपने तरीके नाल जिहड़ा हैगा उपयोगी है। ठीक है जी, तो अगे है फॉर द वर्ल्ड टू बी हैप्पी एंड प्रोस्पेरस। ठीक है जी, वन मस्ट लर्न टू को एग्जिस्ट विद अदर इन अ स्पिरिट ऑफ म्यूचुअल रिस्पैक्ट एंड अंडरस्टैंडिंग। मतलब दोस्तों भी चाही लिखा हुआ कि बई संसार ਨੂੰ ਖੁਸ਼ਹਾਲ ਅਤੇ ਖੁਸ਼ਹਾਲ ਬਣਾਉਣ ਲਈ ਇੱਕ ਜਿਹੜਾ ਹੈਗਾ ਆਪਸੀ ਸਤਿਕਾਰ ਅਤੇ ਸਮਝ ਦੀ ਭਾਵਨਾ ਵਿੱਚ ਦੂਜਿਆਂ ਨਾਲ ਦੋਸਤੋ ਜਿਹੜੀ ਹੈਗੀ ਆ ਸਹਿ ਮੌਜੂਦਗੀ ਸਿੱਖਣੀ ਚਾਹੀਦੀ ਹੈ। ਠੀਕ ਹੈ ਜੀ, ਤੇ ਅੱਗੇ ਲਿਖਿਆ ਹੋਇਆ ਦੋਸਤੋ ਆਪਣਾ ਇਟ ਇਜ਼ ਬੇਸਡ ਔਨ ਦ ਆਈਡੀਆ ਲਿਵ ਐਂਡ ਲੈਟ ਲਾਈਵ, everyone has some talent and quality, everyone has own part to play in the world, so no one should be harmed। ठीक है जी, यही विचार ਤੇ ਆਧਾਰਿਤ है। ਜਿਉਂ ਹੀ ਜੀਣ ਜਿਹੜਾ ਹੈਗਾ ਦੋਸਤੋ ਜੀਣ ਦਿਓ। ਠੀਕ ਹੈ, ਜਿਉਂ ਹੀ ਮਤਲਬ ਜੀਣ ਅਤੇ ਜੀਣ ਦਿਓ। ਹਰ ਕਿਸੇ ਕੋਲ ਜਿਹੜੀ ਹੈਗੀ ਕੋਈ ਨਾ ਕੋਈ ਪ੍ਰਤਿਭਾ ਅਤੇ ਗੁਣ ਹੁੰਦਾ ਹੈ। ਦੁਨੀਆ ਵਿੱਚ ਹਰ ਕਿਸੇ ਦਾ ਆਪਣਾ ਜਿਹੜਾ ਹੈਗਾ ਹਿੱਸਾ ਹੁੰਦਾ ਹੈ, ਇਸ ਲਈ ਕਿਸੇ ਨੂੰ ਨੁਕਸਾਨ ਨਹੀਂ ਜਿਹੜਾ ਹੈਗਾ ਪਹੁੰਚਾਉਣਾ ਚਾਹੀਦਾ ਹੈ। ਠੀਕ ਹੈ, ਸੋ ਨੋ ਵਨ ਸ਼ੁੱਡ ਬੀ ਹਾਰਮਡ। तो हुण दोस्तों अपना यह तुहाडा हो गया पोएम सेंट्रल आइडिया। तो हुण दोस्तों सप्लीमेंटरी रीडर के प्रश्न उत्तर ने ये भी देखो दोस्तों। हाँ जी दोस्तों, तो हुण देखो पहला प्रश्न की है कि हाउ मच डिड द फार्मर पे हिम एंड वैन। मतलब किसान ने उसनूं कितना भुगतान किया ते कदों। ठीक है जी, तो इसका आंसर दोस्तों देख लेने। चलो, तो इसका आंसर देखो दोस्तों, द फार्मर पेड हिम 3 कॉपर कॉइनस आफ्टर 3 ईयरस वैन ही लैफ्ट हिज जॉब। ठीक है जी, तो बई उत्तर यह है इसका कि जो उसने नौकरी छड्ड दिता तो किसान ने 3 साल बाद उसनूं जिहड़े हैगे 3 तांबे के जिहड़े हैगे आ सिक्के दिते। अगला दोस्तों अपना प्रश्न की है कि वाई डिड द डॉग क्राई कॉन्टीन्यूसली। तो दोस्तों कुत्ता लगातार क्यों रो रहा सी। तो दोस्तों इसका आंसर देख लेने। तो द डॉग वाज हंगरी एंड अलोन, ही होप्ड दैट समवन वुड हियर, हाँ जी, हियर हिम एंड रेस्क्यू हिम फ्रॉम दैट प्लेस, दैट्स वाई ही कैप्ट क्राइंग। ठीक है जी, यानी कि दोस्तों जिहड़ा हैगा वो कुत्ता जिहड़ा हैगा भुखा तो इकल्ला सी, उसनूं आस सी कि कोई उसकी जिहड़ी है गल सुन के उसकी जिहड़ी है थां उसनूं मतलब जिहड़ा हैगा उस थां तो जिहड़ा हैगा बचा लवेगा, इसलिए वो जिहड़ा हैगा रोंदी रही। ठीक है जी, तो दैट्स वाई ही कैप्ट क्राइंग। अगला दोस्तों अपना प्रश्न की है देखो दोस्तों इत्थे। तो दोस्तों देखो अगला प्रश्न की है कि वट हैपनड टू सुबल चंद्रा आफ्टर हिज विश वाज ग्रैंटेड। मतलब कि सुबल चंद्रा की इच्छा पूरी होने तो बाद उसका की होया। तो दोस्तों इसका आंसर देखते हैं। सब तो पहला तो देखो, हाँ जी, आही प्रश्न सीगा अपना। ठीक है जी, तो देखो की है कि ही हैड बिकम अ चाइल्ड, ही गॉट बैक हिज टीथ, हिज बियर्ड एंड माउस्टे हैड गॉन, ही डिड नॉट लाइक टू गो टू स्कूल, ही वांटेड टू प्ले। मतलब दोस्तों की है कि वह जो है बच्चा बन गया सी, उसने अपने दंद वापस लए, उसकी दाढ़ी और मुच्छां खत्म हो गई सन, उसनूं स्कूल जाना पसंद नहीं सी, वह खेडना चाहता सीगा। दोस्तों इसका आंसर ये हो गया। अगला प्रश्न दोस्तों की है कि वट हैपनड टू बहरमान एंड वाई। मतलब दोस्तों इसका की है कि जिहड़ा बहरनाम, ठीक है, जिहड़ा सीगा अपना, हाँ जी, बहरमान सी, वो दोस्तों मतलब की होया। ठीक है, अते क्यों। ठीक है जी, तो इसका उत्तर दोस्तों देखते हैं। चलो,
हाँ जी, तो देखो दोस्तों कि ही पेंटेड एन ईवी लीफ टू सेव जॉन्सी, ही वर्कड इन स्टॉर्मी नाइट एंड गॉट निमोनिया। ठीक है जी, मतलब दोस्तों ਜਿਹੜਾ ਹੈ ਆਪਣਾ ਇਹ ਬਹਿਰਨਾਮ ਸੀਗਾ। ਠੀਕ ਹੈ, ਉਸਨੇ ਦੋਸਤੋ ਜੌਨਸੀ ਨੂੰ ਬਚਾਉਣ ਲਈ ਇੱਕ ਜਿਹੜਾ ਹੈਗਾ ਵਾ ਆਈਵੀ ਪੱਤਾ ਪੇਂਟ ਕੀਤਾ। ਉਸ ਨੇ ਜਿਹੜਾ ਹੈਗਾ ਤੂਫਾਨੀ ਰਾਤ ਵਿੱਚ ਜਿਹੜਾ ਹੈਗਾ ਕੰਮ ਕੀਤਾ ਤੇ ਨਮੂਨੀਆ ਉਸ ਨੂੰ ਜਿਹੜਾ ਹੈਗਾ ਵਾ ਹੋ ਗਿਆ। ਠੀਕ ਹੈ ਜੀ, ਤੇ 2 ਦਿਨ ਬਾਅਦ ਉਸਦੀ ਜਿਹੜੀ ਹੈਗੀ ਆ ਮੌਤ ਵੀ ਹੋ ਗਈ। ਹੀ ਡਾਈਡ ਆਫਟਰ 2 ਡੇਜ਼। ਠੀਕ ਹੈ ਜੀ, ਤਾਂ ਇਸ ਦਾ ਆਂਸਰ ਇਹ ਹੋ ਗਿਆ। ਅਗਲਾ ਦੋਸਤੋ ਆਪਣਾ ਪ੍ਰਸ਼ਨ ਕੀ ਹੈ, ਤਾਂ ਅਗਲਾ ਪ੍ਰਸ਼ਨ ਹੈ ਦੋਸਤੋ ਕਿ ਹਾਊ ਡਿਡ ਲੈਂਕੋ ਐਡਰਸ ਦਾ ਐਨਵਲਪ, ਵਟ ਡਿਡ ਹੀ ਡੂ ਆਫਟਰ दैट। मतलब दोस्तों की है कि बई ਲੈਂਚੋ, ਸੌਰੀ ਇੱਥੇ ਲੈਂਕੋ ਨਹੀਂ, ਇੱਥੇ ਲੈਂਚੋ ਇਹਨੂੰ ਕਹੋ ਕਿ ਲੈਂਚੋ ਨੇ ਲਿਫਾਫੇ ਨੂੰ ਜਿਹੜਾ ਹੈਗਾ ਕਿਵੇਂ ਸੰਬੋਧਨ ਕੀਤਾ। ਠੀਕ ਹੈ ਜੀ, ਉਸ ਤੋਂ ਬਾਅਦ ਉਸਨੇ ਜਿਹੜਾ ਹੈਗਾ ਵਾ ਕੀ ਕੀਤਾ। ਤਾਂ ਦੋਸਤੋ ਇਸ ਦਾ ਆਂਸਰ ਦੇਖੋ, ਤਾਂ ਆਹੀ ਆਪਣਾ ਪ੍ਰਸ਼ਨ ਸੀਗਾ। ਠੀਕ ਹੈ ਜੀ, ਤਾਂ ਟੂ ਗੋਡ ਹੀ ਐਡਰਸਡ ਹਿਜ਼ ਐਨਵਲਪਡ ਹੀ ਪੋਸਟਡ, ਹਾਂਜੀ ਹੀ ਪੋਸਟਡ ਦਿਸ ਇਨ ਦਾ ਸਿਟੀ ਪੋਸਟ ਆਫਿਸ। ਠੀਕ ਹੈ ਜੀ, ਮਤਲਬ ਦੋਸਤੋ ਉਸਨੇ ਜਿਹੜਾ ਹੈਗਾ ਆਪਣੇ ਲਿਫਾਫੇ ਨੂੰ ਸੰਬੋਧਿਤ ਕੀਤਾ। ਠੀਕ ਹੈ ਜੀ, ਤੇ ਉਸਨੇ ਇਸ ਨੂੰ ਜਿਹੜਾ ਹੈਗਾ ਸਿਟੀ ਡਾਕਖਾਨੇ ਵਿੱਚ ਜਿਹੜਾ ਹੈਗਾ ਵਾ ਜਿਹੜਾ ਹੈਗਾ ਪੋਸਟ ਕੀਤਾ, ਤਾਇਨਾਤ ਕੀਤਾ। ਠੀਕ ਹੈ ਜੀ, ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ, ਇਹ ਹੋ ਗਿਆ। ਹੁਣ ਦੋਸਤੋ ਸੈਕਸ਼ਨ ਡੀ ਹੈ ਵੋਕੈਬਲਰੀ ਦਾ ਵਾ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਇਹਦਾ ਪਹਿਲਾ ਪ੍ਰਸ਼ਨ ਕੀ ਹੈ ਕਿ ਦਾ ਡੈਸ਼ ਆਫ, ਹਾਂਜੀ ਦਾ ਡੈਸ਼ ਆਫ ਬੱਸਿਸ ਮੇ ਗੋ ਅਪ ਜਿਹੜਾ ਹੈਗਾ ਵਾ ਦੋਸਤੋ 10% ਨੈਕਸਟ ਮੰਥ। ਤਾਂ ਕੀ ਆਏਗਾ, ਇਹ ਵਾਲਾ ਆਏਗਾ ਜਾਂ ਇਹ ਵਾਲਾ ਆਏਗਾ। ਤਾਂ ਦੋਸਤੋ ਇਸ ਦਾ ਆਂਸਰ ਦੇਖ ਲੈਂਦੇ ਹਾਂ। ਤਾਂ ਇਸ ਦਾ ਆਂਸਰ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕੀ ਆ ਜਾਏਗਾ, ਇਹ ਵਾਲਾ ਆਏਗਾ FARE। ਠੀਕ ਹੈ ਜੀ, ਤਾਂ ਇਸ ਦਾ ਆਂਸਰ ਦੋਸਤੋ ਬਣ ਜਾਏਗਾ ਇਹ ਵਾਲਾ, ਯਾਨੀ ਕਿ ਇਹ ਆਪਸ਼ਨ। ਠੀਕ ਹੈ, ਮਤਲਬ ਦੋਸਤੋ ਇਹਦਾ ਇਹੀ ਬਣਿਆ ਕਿ ਬਈ ਮਤਲਬ ਅਗਲੇ ਮਹੀਨੇ ਬੱਸਾਂ ਦੀ ਜਿਹੜੀ ਹੈਗੀ ਆ ਗਿਣਤੀ ਜਿਹੜੀ ਹੈਗੀ ਆ, ਮਤਲਬ ਗਿਣਤੀ ਜਿਹੜੀ ਹੈਗੀ 10% ਵੱਧ ਸਕਦੀ ਹੈ। ਠੀਕ ਹੈ ਜੀ, ਬੱਸਾਂ ਦੀ ਜਿਹੜੀ ਹੈਗੀ ਗਿਣਤੀ ਜਿਹੜੀ ਹੈਗੀ ਵੱਧ ਸਕਦੀ ਹੈ। ਠੀਕ ਹੈ ਜੀ, ਅਗਲੇ ਮਹੀਨੇ ਮਤਲਬ ਇਹਨਾਂ ਦਾ ਜਿਹੜਾ ਹੈਗਾ ਫੇਅਰ, ਮਤਲਬ ਕੀ ਹੁੰਦਾ ਦੋਸਤੋ, ਫੇਅਰ ਦਾ ਮਤਲਬ ਦੋਸਤੋ ਇਹੀ ਹੁੰਦਾ, ਮਤਲਬ ਫੇਅਰ ਦਾ ਮਤਲਬ ਕਿਰਾਇਆ ਵਗੈਰਾ। ਇਹਦੇ ਵਿੱਚ 2 ਮਿੰਟ ਦੋਸਤੋ ਮੈਂ ਦੱਸਦਾ ਪ੍ਰੋਪਰ। ਤਾਂ ਦੋਸਤੋ ਇਹਦਾ ਦੇਖੋ ਪ੍ਰੋਪਰ ਕੀ ਬਣੇਗਾ, ਇਹਦੇ ਆਂਸਰ ਵੱਲ ਚੱਲਦੇ ਹਾਂ। ਪਹਿਲਾਂ ਤਾਂ ਆਹ ਦੇਖੋ ਲਿਖਿਆ ਹੋਇਆ ਨਾ ਕਿ ਦਾ ਫੇਅਰ ਆਫ ਬੱਸਿਸ ਮੇ ਗੋ ਅਪ ਬਾਏ ਦਾ 10% ਨੈਕਸਟ ਮੰਥ। ਮਤਲਬ ਦੋਸਤੋ ਅਗਲੇ ਮਹੀਨੇ ਬੱਸਾਂ ਦਾ ਕਿਰਾਇਆ ਜਿਹੜਾ ਹੈਗਾ 10% ਵੱਧ ਸਕਦਾ ਹੈ। ਇਹ ਇਸ ਦਾ ਮਤਲਬ ਪ੍ਰੋਪਰ ਮੀਨਿੰਗ ਹੈਗਾ ਵਾ। ਠੀਕ ਹੈ ਜੀ, ਤੇ ਹੁਣ ਦੋਸਤੋ ਆਪਣਾ ਅਗਲਾ ਕੀ ਹੈ, ਅਗਲਾ ਹੈਗਾ ਦੋਸਤੋ ਮਮਤਾ ਟਰਾਈਡ ਇਨ ਡੈਸ਼ ਟੂ ਕਲਿੰਬ ਟੂ ਦਾ ਟॉप ऑफ द बिल्डिंग। ठीक है जी, तो दोस्तों इसका आंसर दोस्तों किया जाएगा, देख लो इसका आ जाएगा दोस्तों ये वाला, यानी कि वेन। ठीक है जी, ममता ट्राइड इन वेन टू क्लिंब टू द टॉप ऑफ द बिल्डिंग। ठीक है, ममता ने ਜਿਹੜਾ ਹੈਗਾ ਸਿਖਰ ਤੇ ਚੜਨ ਲਈ ਜਿਹੜਾ ਹੈਗਾ ਵਾ ਵਿਅਰਥ ਕੋਸ਼ਿਸ਼ ਕੀਤੀ। ਠੀਕ ਹੈ ਜੀ, ਤਾਂ ਇਮਾਰਤ ਤੇ ਚੜਨ ਲਈ ਮਤਲਬ ਜਿਹੜੀ ਹੈਗੀ ਆ ਉਸਨੇ ਵਿਅਰਥ ਕੋਸ਼ਿਸ਼ ਕੀਤੀ। ਤਾਂ ਦੋਸਤੋ ਇਸ ਦਾ ਆਂਸਰ ਜਿਹੜਾ ਹੈਗਾ ਆਪਣਾ ਬੇਨ ਬਣ ਜਾਏਗਾ। ਠੀਕ ਹੈ ਜੀ, ਇਹ ਵਾਲਾ। ਅੱਗੇ ਦੋਸਤੋ ਯੂਜ਼ ਦਾ ਫੋਲੋਇੰਗ ਵਰਡ ਇਨ ਦਾ ਫਾਰਮਸ ਆਫ ਨਾਊਨ ਐਂਡ ਐਡਵਰਬ ਇਨ ਅ ਸੈਂਟੈਂਸ ਯੂਰ ਓਨ। ਤਾਂ ਦੋਸਤੋ ਆਹ ਵਾਲਾ ਜਿਹੜਾ ਹੈਗਾ ਯੂਜ਼ ਕਰਕੇ ਤੁਸੀਂ ਜਿਹੜਾ ਹੈਗਾ ਵੈਲ ਨੂੰ, ਠੀਕ ਹੈ ਜੀ, ਤਾਂ ਇਸ ਦਾ ਇੱਕ ਸੈਂਟੈਂਸ ਜਿਹਾ ਬਣਾਉਣਾ ਵਾ। ਜਿਵੇਂ ਕਿ ਦੇਖ ਲਓ ਦੋਸਤੋ ਇਸ ਦਾ ਬਣ ਜਾਏਗਾ ਹੀ ਡਰਾਈਵਸ ਵੈਰੀ ਵੈਲ। ਠੀਕ ਹੈ ਜੀ, ਤੇ ਅਗਲਾ ਦੋਸਤੋ ਬਣ ਜਾਏਗਾ ਆਪਣਾ ਆਈ ਵਰਕ ਵੈਰੀ ਵੈਲ ਲੇਟ ਐਟ ਨਾਈਟ। ਠੀਕ ਹੈ ਜੀ, ਯਾਨੀ ਕਿ ਪਹਿਲੇ ਤਾਂ ਇਹ ਹੈ ਕਿ ਉਹ ਬਹੁਤ ਚੰਗੀ ਤਰ੍ਹਾਂ ਜਿਹੜਾ ਹੈਗਾ ਡਰਾਈਵ ਕਰਦਾ ਹੈ। ਠੀਕ ਹੈ ਜੀ, ਤੇ ਮੈਂ ਰਾਤ ਨੂੰ ਬਹੁਤ ਵਧੀਆ ਕੰਮ ਕਰਦਾ ਹਾਂ। ਠੀਕ ਹੈ, ਤਾਂ ਇਸ ਦਾ ਮਤਲਬ ਇਹ ਬਣ ਜਾਏਗਾ। 2 ਸੈਂਟੈਂਸ ਆਪਾਂ ਬਣਾ ਦਿੱਤੇ। ਠੀਕ ਹੈ ਜੀ, ਤੇ ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਕਿ ਗਿਵ ਦਾ ਸਿਨੋਨੀਅਮ ਆਫ ਦਾ ਫੋਲੋਇੰਗ ਵਰਡਸ। ਲਵਲੀ ਤੇ ਐਕਚੁਅਲ ਦਾ ਹੈ ਜਿਹੜਾ ਹੈਗਾ ਸਿਨੋਨੀਅਮ ਵਰਡ ਦੱਸੋ, ਸਮਾਨਾਰਥੀ ਸ਼ਬਦ ਦੱਸੋ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਕੀ ਹੈ, ਲਵਲੀ। ਲਵਲੀ ਦਾ ਦੋਸਤੋ ਕੀ ਆ ਜਾਏਗਾ ਆਪਣਾ, ਲਵਲੀ ਦਾ ਦੋਸਤੋ ਆ ਜਾਏਗਾ ਆਪਣਾ ਬਿਊਟੀਫੁਲ, ਡਿਲੀਸ਼ੀਅਸ, ਡਿਲਾਈਟ। ਠੀਕ ਹੈ ਜੀ, ਮਤਲਬ ਇਹਦਾ ਮਤਲਬ ਹੁੰਦਾ ਨਾਜ਼ੁਕ। ਠੀਕ ਹੈ ਜੀ, ਅਲੋਰਿੰਗ ਦਾ ਦੋਸਤੋ ਮਤਲਬ ਹੁੰਦਾ ਜਿਹੜਾ ਹੈਗਾ ਆਕਰਸ਼ਕ ਹੁੰਦਾ। ਬਿਊਟੀਫੁਲ ਦਾ ਮਤਲਬ ਤੁਹਾਨੂੰ ਪਤਾ ਹੀ ਹੋਣਾ ਸੁੰਦਰ, ਤੇ ਡਿਲੀਸ਼ੀਅਸ ਦਾ ਮਤਲਬ ਸਵਾਦੀ। ਠੀਕ ਹੈ, ਤਾਂ ਇਸ ਦੇ ਇਹ ਸਿਨੋਨੀਅਮ ਵਰਡ ਹੈਗੇ ਆ। ਤੇ ਐਕਚੁਅਲ ਦਾ ਵੀ ਦੋਸਤੋ ਇੱਥੇ ਪੁੱਛਿਆ ਸੀਗਾ, ਐਕਚੁਅਲ ਦਾ ਦੋਸਤੋ ਅੱਜ ਕੀ ਆ ਜਾਏਗਾ, ਸਰਟੇਨ। ਠੀਕ ਹੈ ਜੀ, ਤੇ ਸਰਟੇਨ ਤੋਂ ਬਾਅਦ ਦੋਸਤੋ ਰੀਅਲ ਤੇ ਐਗਜ਼ਿਸਟਿੰਗ ਤੇ ਦੋਸਤੋ ਆਪਣਾ ਸਬਸਟੈਂਸ਼ੀਅਲ। ਠੀਕ ਹੈ, ਸਬਸਟੈਂਸ਼ੀਅਲ ਦਾ ਮਤਲਬ ਦੋਸਤੋ ਮਹੱਤਵਪੂਰਨ ਹੁੰਦਾ ਵਾ। ਐਗਜ਼ਿਸਟਿੰਗ ਦਾ ਮਤਲਬ ਦੋਸਤੋ ਜੋ ਮੌਜੂਦਾ ਵਾ। ਰੀਅਲ ਮਤਲਬ ਤੁਹਾਨੂੰ ਪਤਾ ਹੀ ਅਸਲੀ। ਸਰਟੇਨ ਦਾ ਮਤਲਬ ਦੋਸਤੋ ਜਿਹੜਾ ਹੈਗਾ ਨਿਸ਼ਚਿਤ। ਠੀਕ ਹੈ ਜੀ, ਤਾਂ ਇਸ ਦਾ ਇਹ ਸਿਮਿਲਰ ਵਰਡ ਯਾਨੀ ਕਿ ਸਿਨੋਨੀਅਮ ਵਰਡ ਇਹ ਹੈਗੇ ਹਨ। ਠੀਕ ਹੈ ਜੀ, ਤਾਂ ਇਹ ਹੋ ਗਿਆ। ਤੇ ਹੁਣ ਦੋਸਤੋ ਹੈਗਾ ਸੈਕਸ਼ਨ ਈ ਹੈ, ਟਰਾਂਸਲੇਸ਼ਨ ਆ, ਗ੍ਰਾਮਰ ਐਂਡ ਕੰਪੋਜੀਸ਼ਨ ਆ। ਤਾਂ ਦੇਖੋ ਦੋਸਤੋ ਤੁਸੀਂ ਜਿਹੜਾ ਹੈਗਾ ਮਤਲਬ ਇਹਨੂੰ ਜਿਹੜਾ ਹੈਗਾ ਟਰਾਂਸਲੇਟ ਐਨੀ 3 ਆਫ ਦਾ ਫੋਲੋਇੰਗ ਸੈਂਟੈਂਸ ਇਨਟੂ ਇੰਗਲਿਸ਼। ਆਹ ਵਾਲੇ ਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕਰਨਾ ਵਾ। ਤਾਂ ਦੇਖੋ ਦੋਸਤੋ ਪ੍ਰਸ਼ਨ ਕੀ ਹੈ ਕਿ ਤੁਸੀਂ ਜਦੋਂ ਚਾਹੇ ਜਿਹੜਾ ਹੈਗਾ ਵਾ ਘਰ ਜਾ ਸਕਦੇ ਹੋ। ਤਾਂ ਦੋਸਤੋ ਇਸ ਦਾ ਆਂਸਰ ਦੇਖ ਲੈਂਦੇ ਆ। ਤਾਂ ਇਸ ਦਾ ਆਂਸਰ ਆਏਗਾ ਦੋਸਤੋ ਯੂ ਕੈਨ ਗੋ ਹੋਮ ਵੈਨ ਐਵਰ ਯੂ ਵਾਂਟ। ਠੀਕ ਹੈ, ਇੰਗਲਿਸ਼ ਦੇ ਵਿੱਚ। ਅਗਲਾ ਹੈਗਾ ਦੋਸਤੋ ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ। ਤਾਂ ਦੋਸਤੋ ਇਸ ਦਾ ਆਂਸਰ ਜਿਵੇਂ ਕਿ ਤੁਹਾਡੇ ਸਾਹਮਣੇ ਬਣੇਗਾ, ਆ ਦੇਖੋ
ਕਿ ਆਈ ਵਿਸ਼ ਆਈ ਵਰ ਦਾ ਪ੍ਰਾਈਮ ਮਿਨਿਸਟਰ। ਠੀਕ ਹੈ ਜੀ। ਤੇ ਹੁਣ ਦੋਸਤੋ ਆਪਣਾ ਅਗਲਾ ਕੀ ਹੈ ਕਿ ਉਹ ਆਪਣਾ ਘਰ ਵੇਚ ਚੁੱਕੇ ਸਨ। ਠੀਕ ਹੈ ਜੀ। ਤਾਂ ਇਸ ਦਾ ਆਂਸਰ ਦੋਸਤੋ ਦੇਖੋ ਕਿ ਵੈਦਰ ਦੇ ਹੈਡ ਸੋਲਡ देयर ਹਾਊਸ। ਠੀਕ ਹੈ ਜੀ। ਅਗਲਾ ਦੋਸਤੋ ਕੀ ਹੈ ਕਿ ਉਹਨਾਂ ਹਾਂਜੀ ਉਹਨੂੰ ਉਹਦਾ ਫਰਜ਼ ਨਿਭਾਉਣ ਦਿਓ। ਤਾਂ ਦੋਸਤੋ ਇਸ ਦਾ ਆਂਸਰ ਬਣੇਗਾ ਆਪਣਾ ਲੈਟ ਹਿਮ ਡੂ ਹਿਜ਼ ਡਿਊਟੀ। ਠੀਕ ਹੈ ਜੀ। ਅਗਲਾ ਦੋਸਤੋ ਕੀ ਹੈ ਕਿ ਸਵੇਰੇ ਤੋਂ ਵਰਖਾ ਹੋ ਰਹੀ ਹੈ। ਤਾਂ ਇਸ ਦਾ ਬਣ ਕੇ ਆਏਗਾ ਦੋਸਤੋ ਇਟ ਹੈਜ਼ ਬੀਨ ਰੇਨਿੰਗ ਸਿੰਸ ਮੋਰਨਿੰਗ। ਠੀਕ ਹੈ ਜੀ। ਤੇ ਹੁਣ ਦੋਸਤੋ ਹੈਗਾ ਵਾ ਬੀ। ਠੀਕ ਹੈ ਜੀ। ਤਾਂ ਇਹਦੇ ਵਿੱਚ ਦੋਸਤੋ ਹੁਣ ਕੀ ਅਗਲੇ ਦੇ ਵਿੱਚ ਆ ਵੀ ਟਰਾਂਸਲੇਸ਼ਨ ਆ, ਬਟ ਦੋਸਤੋ ਹੁਣ ਇਹ ਇੰਗਲਿਸ਼ ਦੇ ਵਿੱਚ ਦਿੱਤੀ ਹੈ, ਤੁਸੀਂ ਇਸ ਨੂੰ ਪੰਜਾਬੀ ਤੇ ਹਿੰਦੀ ਦੇ ਵਿੱਚ ਕਨਵਰਟ ਕਰਨਾ ਵਾ। ਜਿਵੇਂ ਕਿ ਸਭ ਤੋਂ ਪਹਿਲਾਂ ਹੈਗਾ ਦਿਸ ਇਜ਼ ਅ ਬਿਗ ਆਰਡਰ। ਠੀਕ ਹੈ ਜੀ। ਤਾਂ ਇਸ ਨੂੰ ਦੋਸਤੋ ਪਹਿਲਾਂ ਪੰਜਾਬੀ ਦੇ ਵਿੱਚ ਦੇਖ ਲੈਂਦੇ ਆ। ਤਾਂ ਦੇਖੋ ਦੋਸਤੋ ਪੰਜਾਬੀ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਲਿਖਾਂਗੇ, ਵੇਟ ਦੋਸਤੋ ਰੁਕਿਓ। ਤਾਂ ਹਾਂ ਦੋਸਤੋ ਸਭ ਤੋਂ ਪਹਿਲਾਂ ਸੀਗਾ ਕਿ ਇਹ ਇੱਕ ਵੱਡਾ ਆਦੇਸ਼ ਹੈ। ਠੀਕ ਹੈ। ਤੇ ਹਿੰਦੀ ਦੇ ਵਿੱਚ ਦੋਸਤੋ ਇਸ ਨੂੰ ਲਿਖਾਂਗੇ ਇਹ ਇੱਕ ਬੜਾ ਆਦੇਸ਼ ਹੈ। ਤੇ ਹੁਣ ਦੋਸਤੋ ਦੂਸਰਾ ਦੇਖ ਲੈਂਦੇ ਆ। ਦੂਸਰਾ ਕੀ ਸੀਗਾ ਆਪਣਾ, ਤਾਂ ਦੂਸਰਾ ਸੀਗਾ ਦੋਸਤੋ ਇਟਸ ਅਰਥਸ ਓਨਲੀ ਨੈਚੁਰਲ ਸੈਟੇਲਾਈਟ। ਠੀਕ ਹੈ ਜੀ। ਤਾਂ ਦੋਸਤੋ ਇਸ ਦਾ ਆਂਸਰ ਦੇਖ ਲੈਂਦੇ ਆ। ਤਾਂ ਇਹ ਧਰਤੀ ਦਾ ਇੱਕੋ ਇੱਕ ਕੁਦਰਤੀ ਉਪਗ੍ਰਹਿ ਹੈ। ਠੀਕ ਹੈ ਜੀ। ਤੇ ਹਿੰਦੀ ਦੇ ਵਿੱਚ ਦੋਸਤੋ ਲਿਖਾਂਗੇ ਇਸ ਨੂੰ ਕਿ ਇਹ ਪ੍ਰਿਥਵੀ ਦਾ एकमात्र प्राकृतिक उपग्रह ਹੈ। ਠੀਕ ਹੈ। ਤੇ ਦੋਸਤੋ ਤੀਸਰਾ ਦੇਖੋ ਕੀ ਹੈ, ਬੋਸ ਵਾਜ਼ ਬਾਈ ਨੇਚਰ ਅ ਰੈਬਲ। ਠੀਕ ਹੈ ਜੀ। ਤਾਂ ਇਸ ਨੂੰ ਦੋਸਤੋ ਕਨਵਰਟ ਕਰ ਦਿੰਦੇ ਆ ਪਹਿਲਾਂ ਪੰਜਾਬੀ ਦੇ ਵਿੱਚ। ਠੀਕ ਹੈ। ਤਾਂ ਦੇਖੋ ਬੋਸ ਸੁਭਾਅ ਤੋਂ ਜਿਹੜਾ ਹੈਗਾ ਬਾਗੀ ਸੀ। ਠੀਕ ਹੈ ਜੀ। ਤੇ ਹਿੰਦੀ ਦੇ ਵਿੱਚ ਦੋਸਤੋ ਬੋਸ ਜਿਹੜਾ ਹੈਗਾ ਸਵਾਬ ਸੇ ਜਿਹੜਾ ਹੈ ਵਿਦਰੋਹੀ ਥੇ। ਤੇ ਹੁਣ ਦੋਸਤੋ ਅਗਲਾ ਕੀ ਹੈ ਕਿ ਟਾਈਮ ਐਂਡ ਟਾਈਡ ਵੇਟ ਫੋਰ ਨਨ। ਠੀਕ ਹੈ ਜੀ। ਤਾਂ ਇਸ ਨੂੰ ਦੋਸਤੋ ਪੰਜਾਬੀ ਦੇ ਵਿੱਚ ਲਿਖਾਂਗੇ ਆਪਾਂ ਕਿਸ ਤਰ੍ਹਾਂ ਕਿ ਸਮਾਂ ਅਤੇ ਲਹਿਰਾਂ ਕਿਸੇ ਦੀ ਉਡੀਕ ਨਹੀਂ ਕਰਦੀਆਂ। ਠੀਕ ਹੈ। ਤੇ ਹਿੰਦੀ ਦੇ ਵਿੱਚ ਲਿਖਾਂਗੇ ਦੋਸਤੋ समय और जो है जवार किसी की प्रतीक्षा नहीं करते। अगला दोस्तों क्या है अपना कालघाट वाज 80 किलो km मतलब किलोमीटर अवे। ठीक है जी। ਤਾਂ ਪੰਜਾਬੀ ਦੇ ਵਿੱਚ ਦੇਖ ਲੈਣਾ ਦੋਸਤੋ ਇਹਨਾਂ ਨੂੰ ਕਿਸ ਤਰ੍ਹਾਂ ਲਿਖਿਆ ਕਿ ਕਾਲਘਾਟ ਜਿਹੜਾ ਹੈਗਾ 80 ਕਿਲੋਮੀਟਰ ਦੂਰ ਸੀ। ਤੇ ਹਿੰਦੀ में दोस्तों कालघाट 80 किलोमीटर दूर था। ਤਾਂ ਇਹ ਦੋਸਤੋ ਤੁਹਾਡੀ ਟਰਾਂਸਲੇਸ਼ਨਾਂ ਹੋ ਗਈਆਂ। ਤੇ ਹੁਣ ਦੋਸਤੋ ਡੂ ਐਜ਼ ਡਾਇਰੈਕਟਡ ਨੇ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਇਸ ਦਾ ਆਂਸਰ ਵੀ, ਤਾਂ ਦੋਸਤੋ ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਆਪਣਾ ਕਿ ਯੂ ਵਿਲ ਹੈਵ ਟੂ ਪੇ ਡੈਸ਼ ਮਨੀ ਫॉर ਦਿਸ ਹਾਊਸ। ਠੀਕ ਹੈ। ਸਪਲਾਈ ਸੁਟੇਬਲ ਡਿਟਰਮੀਨਰ ਮਤਲਬ ਦੋਸਤੋ ਇਹਦਾ ਕੀ ਹੈ ਕਿ ਤੁਹਾਨੂੰ ਜਿਹੜਾ ਹੈਗਾ ਭੁਗਤਾਨ ਕਰਨਾ ਪਵੇਗਾ। ਠੀਕ ਹੈ ਜੀ। ਡੈਸ਼ ਇਸ ਘਰ ਲਈ ਪੈਸੇ। ਤਾਂ ਦੋਸਤੋ ਇਸ ਦਾ ਆਂਸਰ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਅਸੀਂ ਲੱਭਿਆ ਹੋਇਆ ਵਾ। ਤਾਂ ਆਹੀ ਪ੍ਰਸ਼ਨ ਆ ਤੁਹਾਡਾ। ਠੀਕ ਹੈ ਜੀ। ਤਾਂ ਇੱਥੇ ਦੋਸਤੋ ਆਂਸਰ ਆ ਜਾਏਗਾ ਆਪਣਾ ਮੱਚ। ਠੀਕ ਹੈ ਜੀ। ਤਾਂ ਇੱਥੇ ਦੋਸਤੋ ਜਿਹੜਾ ਹੈਗਾ ਵਾ ਮੱਚ ਆਂਸਰ ਆ ਜਾਏਗਾ। ਠੀਕ ਹੈ ਜੀ। ਅੱਗੇ ਦੋਸਤੋ ਫਿਲਿੰਗ ਦਾ ਬਲੈਂਕਸ ਵਿਦ ਐਪਰੋਪ੍ਰੀਏਟ ਮॉडल्स ਦਾ ਪੁਲਿਸ ਡੈਸ਼ ਫਾਈਂਡ ਆਊਟ ਦਾ ਕਲਪ੍ਰਿਟ ਮਤਲਬ ਕਿ ਪੁਲਿਸ ਜਿਹੜਾ ਹੈਗਾ ਡੈਸ਼ ਦੋਸ਼ੀ ਦਾ ਪਤਾ ਲਗਾਓ। ਤਾਂ ਇੱਥੇ ਦੋਸਤੋ ਆਂਸਰ ਆ ਜਾਏਗਾ ਆਪਣਾ ਦੇਖ ਸਕਦੇ ਹੋ ਕਿ ਦਾ ਪੁਲਿਸ ਵਿਲ ਬੀ ਫਾਈਂਡ ਆਊਟ ਦਾ ਕਲਪ੍ਰਿਟ। ਠੀਕ ਹੈ। ਪੁਲਿਸ ਜਿਹੜੀ ਹੈਗੀ ਦੋਸਤੋ ਕਿ ਦੋਸ਼ੀ ਦਾ ਜਿਹੜਾ ਹੈਗਾ ਉਹ ਪਤਾ ਲਗਾਏਗੀ। ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਆਪਣਾ ਲਗਾਓ। ਠੀਕ ਹੈ ਜੀ। ਪਤਾ ਲਗਾਓ। ਤੇ ਦੋਸਤੋ ਆਪਣਾ ਅਗਲਾ ਹੈਗਾ ਵਾ ਕਿ ਇੰਡੀਆ ਡੈਸ਼ ਨਾਟ ਵਿਨ ਦਿਸ ਮੈਚ ਯਾਨੀ ਕਿ ਭਾਰਤ ਦੋਸਤੋ ਜਿਹੜਾ ਹੈਗਾ ਵਾ ਇਹ ਮੈਚ ਨਹੀਂ ਜਿੱਤਿਆ। ਠੀਕ ਹੈ ਜੀ। ਤਾਂ ਇਸ ਦਾ ਆਂਸਰ ਦੋਸਤੋ ਆ ਜਾਏਗਾ ਮੇ ਨਾਟ। ਠੀਕ ਹੈ ਜੀ। ਤਾਂ ਇੱਥੇ ਦੋਸਤੋ ਕੀ ਆ ਜਾਏਗਾ ਆਪਣਾ ਮੇ ਨਾਟ। ਠੀਕ ਹੈ ਜੀ। ਤੇ ਇੱਥੇ ਆ ਜਾਏਗਾ ਆਪਣਾ ਮੇ ਨਾਟ। अगला दोस्तों प्रश्न की है तीसरा प्रश्न कि डू नॉट गो आउट इन दिस रेन यू मे कैचड अ कोल्ड कि बई ਜਿਹੜਾ ਹੈਗਾ ਇਸ ਬਾਰਿਸ਼ 'ਚ ਬਾਹਰ ਨਾ ਜਾਓ ਤੁਹਾਨੂੰ ਜ਼ੁਕਾਮ ਹੋ ਸਕਦਾ ਹੈ। ਤਾਂ ਇਸ ਨੂੰ ਦੋਸਤੋ ਕੰਬਾਈਨਡ ਦਾ ਸੈਂਟੈਂਸ ਯੂਜ਼ਿੰਗ ਅ ਸੁਟੇਬਲ ਕੰਜੰਕਸ਼ਨ। ਠੀਕ ਹੈ। ਤਾਂ ਦੋਸਤੋ ਇਸ ਦਾ ਆਂਸਰ ਦੇਖ ਲੈਂਦੇ ਆ। ਤਾਂ ਦੇਖੋ ਦੋਸਤੋ ਆਹੀ ਤੁਹਾਡਾ ਪ੍ਰਸ਼ਨ ਦਿੱਤਾ ਹੋਇਆ ਸੀਗਾ ਨਾ ਕਿ ਬਈ ਡੂ ਨਾਟ ਗੋ ਹਾਂਜੀ ਡੂ ਨਾਟ ਗੋ ਆਊਟ ਇਨ ਦਿਸ ਰੇਨ ਯੂ ਮੇ ਕੈਚ ਅ कोल्ड। ठीक है जी। मतलब ਇਹਦਾ ਆਂਸਰ ਆ ਜਾਏਗਾ ਦੋਸਤੋ ਡੂ ਨਾਟ ਗੋ ਆਊਟ ਇਨ ਦਿਸ ਟ੍ਰੇਨ। ਠੀਕ ਹੈ ਜੀ। ਔਰ ਯੂ ਮੇ ਕੈਚ ਅ ਕੋਲਡ। ਠੀਕ ਹੈ। ਤਾਂ ਇੱਥੇ ਦੋਸਤੋ ਜਿਹੜਾ ਹੈਗਾ ਟ੍ਰੇਨ ਲਿਖਤਾ। ਇੱਥੇ ਦੋਸਤੋ ਕੀ ਹੈ ਇਸ ਰੇਲ ਗੱਡੀ ਵਿੱਚ ਬਾਹਰ ਨਾ ਜਾਓ ਨਹੀਂ ਤਾਂ ਤੁਹਾਨੂੰ ਜਿਹੜਾ ਹੈਗਾ ਜ਼ੁਕਾਮ ਹੋ ਸਕਦਾ ਹੈ। ਤਾਂ ਇੱਥੇ ਦੋਸਤੋ ਇਹ ਮਤਲਬ ਦੇਖਦਾ ਰੇਨ ਆ ਕਿ ਟ੍ਰੇਨ ਆ। ਹਾਂ ਵੇਟ ਦੋਸਤੋ ਇੱਥੇ ਜਿਹੜਾ ਹੈਗਾ ਵਾ ਸੌਰੀ ਇੱਥੇ ਰੇਨ ਲਿਖਿਆ ਹੋਇਆ ਵਾ। ਠੀਕ ਹੈ ਜੀ। ਤਾਂ ਇੱਥੇ ਦੋਸਤੋ ਆਪਾਂ ਲਿਖ ਦਾਂਗੇ ਇੱਥੇ ਟ੍ਰੇਨ ਨਹੀਂਗਾ। ਇੱਥੇ ਥੋੜ੍ਹਾ ਜਿਹਾ ਮਿਸ ਹੋ ਗਿਆ ਦੋਸਤੋ ਆਪਣੇ ਤੋਂ। ਇੱਥੇ ਟ੍ਰੇਨ ਨਹੀਂ ਆਉਣਾ ਹੈਗਾ। ਇੱਥੇ ਦੋਸਤੋ ਰੇਨ ਕਰ ਲਿਓ। ਮਤਲਬ ਦੋਸਤੋ ਇਹਦਾ ਇਸ ਤਰ੍ਹਾਂ ਬਣੇਗਾ ਕਿ ਇਸ ਜਿਹੜੀ ਹੈਗੀ ਆ ਮੀਂਹ ਵਿੱਚ ਬਾਹਰ ਨਾ ਜਾਓ ਨਹੀਂ ਤਾਂ ਤੁਹਾਨੂੰ ਜਿਹੜਾ ਹੈਗਾ ਜ਼ੁਕਾਮ ਹੋ ਸਕਦਾ ਹੈ। ਠੀਕ ਹੈ ਜੀ। ਤਾਂ ਇਸ ਦਾ ਆਂਸਰ ਇਹ ਬਣ ਜਾਏਗਾ। ਅਗਲਾ ਦੋਸਤੋ ਕੀ ਹੈ, ਅਗਲਾ ਹੈ ਦੋਸਤੋ ਆਪਣਾ ਅ ਪੇਰੈਂਟ ਲੈਸ ਚਾਈਲਡ ਇਜ਼ ਕਾਲਡ ਐਨ ਔਰਫਨ। ਤਾਂ ਦੋਸਤੋ ਇਸ ਦਾ ਆਂਸਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕੀ ਬਣ ਕੇ ਆਏਗਾ। ਤਾਂ ਇਸ ਦਾ ਬਣੇਗਾ ਕਿਆ ਆਏਗਾ ਦੋਸਤੋ ਆਪਣਾ ਅ ਚਾਈਲਡ। ਠੀਕ ਹੈ ਜੀ। ਅ ਚਾਈਲਡ ਹੂ ਇਜ਼ ਪੇਰੈਂਟ ਲੈਸ ਇਜ਼ ਕਾਲਡ ਐਨ ਔਰਫਨ ਮਤਲਬ ਇੱਕ ਬੱਚਾ ਜੋ ਮਾਤਾ ਪਿਤਾ ਰਹਿਤ ਹੈ ਉਸ ਨੂੰ ਜਿਹੜਾ ਹੈਗਾ ਅਨਾਥ ਕਿਹਾ ਜਾਂਦਾ ਹੈ। ਅਗਲਾ ਦੋਸਤੋ ਕੀ ਹੈ, ਅਗਲਾ ਹੈਗਾ ਦੋਸਤੋ ਹਿਜ਼ ਐਨੀਮੀਜ਼ ਹੈਵ ਅ ਡਿਫੀਡ ਹਿਮ ਹੀ ਲੈਂਟ ਮੀ ਸਮ ਮਨੀ। ਠੀਕ ਹੈ। ਆਹ ਦੋਨੋਂ ਵੌਇਸ ਦੇ ਵਿੱਚ ਚੇਂਜ ਕਰਨੇ ਆ। ਤਾਂ ਦੋਸਤੋ ਦੇਖਦੇ ਆ ਦੋਨੋਂ ਹੀ। ਤਾਂ ਦੇਖੋ ਦੋਸਤੋ ਆਹੀ ਆਪਣਾ ਪ੍ਰਸ਼ਨ ਸੀਗਾ ਹਿਜ਼ ਹਾਂਜੀ ਹਿਜ਼ ਐਨੀਮੀਜ਼ ਡਿਫੀਟਡ ਹਿਮ ਮਤਲਬ ਦੋਸਤੋ ਉਸਨੇ ਦੁਸ਼ਮਣਾਂ
ਉਸਦੇ ਦੁਸ਼ਮਣਾਂ ਨੇ ਉਸ ਨੂੰ ਹਰਾਇਆ, ਤਾਂ ਇਸ ਦਾ ਬਣੇਗਾ ਆਨਸਰ ਦੋਸਤੋ ਹੀ ਵਾਜ਼, ਹਾਂਜੀ ਹੀ ਵਾਜ਼ ਡਿਫੀਟਡ ਬਾय ਹਿਜ਼ ਐਨੀਮੀਜ਼, मतलब ਉਹ ਆਪਣੇ ਦੁਸ਼ਮਣਾਂ ਦੁਆਰਾ ਹਾਰ ਗਿਆ ਸੀ। ਠੀਕ ਹੈ ਜੀ। ਅਗਲਾ ਦੋਸਤੋ ਕੀ ਸੀਗਾ, ਅਗਲਾ ਸੀਗਾ ਦੋਸਤੋ ਹਿਜ਼ ਮਨੀ ਵਾਜ਼ ਲੈਂਡ ਬਾय मी। ਠੀਕ ਹੈ, ਤਾਂ ਇਹ ਇਸ ਦਾ ਆਨਸਰ ਬਣ ਜਾਏਗਾ। ਠੀਕ ਹੈ ਜੀ, मतलब ਦੋਸਤੋ ਜਿਹੜੀ ਆਪਣੀ ਕਿ ਉਸਦੇ ਪੈਸੇ ਮੇਰੇ ਦੁਆਰਾ ਜਿਹੜਾ ਹੈਗਾ ਉਧਾਰ ਦਿੱਤੇ ਗਏ ਸਨ, ਤਾਂ ਇਸ ਦਾ ਆਨਸਰ ਇਹ ਬਣ ਜਾਏਗਾ ਇਸ ਵਾਲੇ ਪ੍ਰਸ਼ਨ ਦਾ। ਠੀਕ ਹੈ, ਅਗਲਾ ਹੈ ਦੋਸਤੋ ਦ ਥੀਫ ਪ੍ਰੋਮਿਸਡ आई विल नैवर स्टील अगेन, ਤਾਂ ਇਸ ਨੂੰ ਨਰੇਸ਼ਨ ਜਿਹੜਾ ਹੈਗਾ ਚੇਂਜ ਦਾ ਨਰੇਸ਼ਨ ਹੈ। ਤਾਂ ਦੇਖੋ ਦੋਸਤੋ ਆਹੀ ਆਪਣਾ ਪ੍ਰਸ਼ਨ ਸੀਗਾ ਕਿ ਦ ਥੀਫ ਪ੍ਰੋਮਿਸਡ आई विल नैवर स्टील अगेन, मतलब ਦੋਸਤੋ ਚੋਰ ਨੇ ਜਿਹੜਾ ਹੈਗਾ ਵਾਅਦਾ ਕੀਤਾ ਕਿ ਮੈਂ ਫਿਰ ਕਦੇ ਚੋਰੀ ਨਹੀਂ ਕਰਾਂਗਾ। ਤਾਂ ਜਵਾਬ ਬਣੇਗਾ ਦੋਸਤੋ ਇਹਦਾ ਕਿ ਦ ਥੀਫ ਪ੍ਰੋਮਿਸਡ ਦੈਟ ਹੀ ਵੁੱਡ ਨੈਵਰ ਸਟੀਲ ਅਗੇਨ, ਚੋਰ ਨੇ ਵਾਅਦਾ ਕੀਤਾ ਕਿ ਉਹ ਦੁਬਾਰਾ ਕਦੇ ਚੋਰੀ ਨਹੀਂ ਜਿਹੜਾ ਹੈਗਾ ਕਰੇਗਾ। ਠੀਕ ਹੈ, ਤਾਂ ਇੱਥੇ ਦੋਸਤੋ ਆ ਜਿਹੜਾ ਕੌਮਾ ਵਗੈਰਾ ਜਿਹੜੇ ਲੱਗੇ ਸੀ ਆ ਵੀ ਹਟਾ ਦਿੱਤੇ ਇਹਨਾਂ ਨੇ, ਆਹ ਵਾਲਾ ਵੀ। ठीक है जी, तो हुण दोस्तों अपना अगला प्रश्न की है, अगला है दोस्तों कि द मैन सैड आई डू नॉट नो वट टू डू यू टू डू नाउ। ठीक है जी, तो इसका आंसर दोस्तों देख लेने, आही अपना प्रश्न सीगा सेम। ठीक है, एक बार मिला लो, एक बार चंगी तरह तुसी मिला लो। ठीक है जी, तो लिखा है दोस्तों देखो इसका आंसर की बनेगा अपना द मैन सैड दैट ही डिड नॉट नो वट टू डू दैन। ठीक है जी, कि आदमी ने कहा कि वह नहीं जानता सी कि मतलब फिर करन की। ठीक है जी, फिर करन लई। ठीक है जी, मतलब वो मतलब नहीं जानता सीगा कि हुण की करन हो। ठीक है जी, तो इसका आंसर ये बन जाएगा। अगला दोस्तों अपना प्रश्न की सीगा आई एम टायर्ड ऑफ, ठीक है, डू दिस वर्क। तो दोस्तों इसका आंसर जिवें कि तुसीं आ देख सकते हो की बनेगा, तो इसका आंसर दोस्तों बनेगा, हाँ जी, तो इसका आंसर बनेगा दोस्तों आई एम टायर्ड ऑफ डूइंग दिस वर्क, मैं ये काम कर करके जिहड़ी हैगी आ थक गया हाँ। ठीक है जी, तो अगला दोस्तों अपना प्रश्न की है, अगला दोस्तों प्रश्न है कि आई एम द परसन हू हैव सेव्ड योर लाइफ, करैक्ट द टेंस। तो दोस्तों इसनूं करैक्ट करना वा टेंस नूं, आही अपना प्रश्न सीगा। ठीक है जी, तो देखो दोस्तों इसका जिहड़ा हैगा वा, हाँ जी, आई एम द परसन हू हैव सेव्ड योर लाइफ, तो मतलब दोस्तों इस लिखा कि मैं वो व्यक्ति हाँ जिसने तुहाडी जान बचाई। तो इत्थे दोस्तों अपना आंसर बन के आएगा आई एम द परसन हू हैज़ सेव्ड योर लाइफ, मैं वो व्यक्ति हाँ जिसने तुहाडी जिहड़ी है जान बचाई। तो दोस्तों ये बचाई है। ठीक है जी, बचाई है, तो इत्थे दोस्तों हैव की जगह बस इन्होंने हैज़ ला दिता, हैज़ इत्थे सही लगना वा, यह अपना करैक्ट हो गया। ठीक है जी, तो हुण दोस्तों अपना अगला है की है, अगला दोस्तों तुहाडी हैगी आ अटैम्प्ट द फॉलोइंग क्वेश्चन। ठीक है जी, सपोज यू आर सुरजीत सिंह, राइट अ ईमेल टू योर फ्रेंड विपिन गोयल। ठीक है जी, इनवाइट हिम टू वॉच अ प्ले। ठीक है जी, यानी कि तुसी अपने जिहड़े हैगे आ मतलब अपने दोस्त विपिन गोयल नूं एक ईमेल लिखो, वो एक दोस्तों जिहड़ा हैगा नाटक देखण दे लई, मतलब एक प्ले देखण दे लई। ठीक है जी, तो दोस्तों इसका आंसर भी आपां देख लैंदे आ। तो आह देखो दोस्तों आही सेम असी जिहड़ी हैगी आ विपिन गोयल, ठीक है, इनवाइटिंग हिम टू वॉच अ प्ले। ठीक है जी, तो देखो दोस्तों की लिखा है भाई, फॉर्मेट देख लो दोस्तों सब तो पहला जिवें कि लिखा है ना कि टू। ठीक है जी, टू मतलब दोस्तों की हुंदा कि जिहदे द्वारा मतलब भेजी जा रही है, फ्रॉम जिन्हों भेजी जा रही है। ठीक है जी, अपने फ्रेंड की ईमेल आई डी इत्थे तुसीं लिख देनी है, फिर डेट, ठीक है, सबजैक्ट की है मतलब, ठीक है, मतलब विशा की है, तुसीं करना की चाहुंदे हो, प्ले एट GCW। ठीक है जी, तो अगे है दोस्तों देखो ये किवें लिखना कि हाई विपिन। ठीक है जी, हैलो विपिन। ठीक है जी, तो आई एम गोइंग टू गवर्नमेंट कॉलेज फॉर वूमेन अमृतसर टू वॉच अ प्ले ऑन 6 जुलाई 2023। मैं एक नाटक देखने लिए सरकारी कॉलेज फॉर वूमेन अमृतसर जा रहा हाँ, कितनी तरीक नूं 6 जुलाई 2023 नूं। वुड यू लाइक टू कम, है कि तुसी जाना चाहोगे, लैट मी नो बाय ट्यूसडे सो दैट आई कैन बाय यूर टिकट टू। ठीक है, मैनू मंगलवार तक दसो जो मैं तुहाडी जिहड़ी हैगी आ टिकट जिहड़ी हैगी आ की आ तुहाडी टिकट भी जिहड़ी हैगा खरीद सकां। ते अगे लिखिआ लव सुरजीत सिंह, यानी कि प्यार सुरजीत सिंह, इस तरह का इन्होंने लिखा वा। तो यह दोस्तों तुहाडा आंसर हो गया। तो हुण दोस्तों अपना अगला की है, तो दोस्तों अगला है ये मतलब आह जिहड़ा तुहाडा यह पैसेज दिता होया वा, तुसीं इसनूं रीड करना वा चंगी तरह। ठीक है, रीड करके दोस्तों फिर जिहड़ी हैगी इहदे कुछ मेन पॉइंट्स लिखने हैं, कुछ हैडिंग्स बनाउणियां ने, कुछ सब हैडिंग्स बनाउणियां ने। तो दोस्तों तुसीं 2 मिनट लई स्क्रीन नूं रोको, इत्थों तो लैके इत्थे तक चंगी तरह पहले रीड कर लो इनू। तो दोस्तों तुसीं रीड कर लिया होना, इहदे विच मतलब की आ तो थल्ले भी थोड़ा जिहा दिता होया वा, आ भी इत्थे तो लैके इत्थे तक रीड कर लो, फिर इन्हां दे जिहड़े हैगे असीं आंसर तुहानूं दिखा दांगे, क्योंकि मैं लभ्या होया वा ये आ देख सकते दोस्तों इसका जिहड़ा हैगा अर्ली राइजिंग का मैं ये लभ्या होया वा। आपां पहला देख लांगे, पहला चंगी तरह जिहड़ा हैगा तुहाडा ये तुसीं जिहड़ा पैसेज है इसनूं रीड कर लो। ठीक है जी, तो तुसीं रीड कर लिया होना। इहदे विच दोस्तों की लिखा है मैं तुहानूं मोटा मोटी पंजाबी दे विच दस देना। तो दोस्तों इहदे विच यही आ अर्ली राइजिंग का की मतलब हुंदा वा, जल्दी उठण नाल जिहड़ा हैगा दोस्तों सेहत जिहड़ी हैगी आ सेहत जिहड़ी हैगी आ सेहत अते खुशी मिलदी है। ठीक है, सेहत मतलब मिलदी आ ते जिहड़ी हैगी खुशी भी मिलदी है। सेहत किवें मिलूगी दोस्तों, आपां तंदुरुस्त रहांगे दोस्तों। ठीक है जी, तो अगे है दोस्तों अपना अगला की लिखिआ इन्हां ने कि जिहड़ा आदमी दोस्तों
ਦੇਰ ਨਾਲ ਉੱਠਦਾ ਹੈ ਉਹ ਦਿਨ ਵਿੱਚ ਜਿਹੜਾ ਹੈਗਾ ਥੋੜ੍ਹਾ ਜਿਹਾ ਹੀ ਉੱਠ ਸਕਦਾ ਹੈ। ਜੋ ਵੀ ਦੋਸਤੋ ਦੇਰ ਨਾਲ ਜਿਹੜਾ ਹੈਗਾ ਬਿਸਤਰੇ ਤੇ ਲੇਟਦਾ ਹੈ ਤਾਂ ਉਹ ਦੋਸਤੋ ਦੇਰ ਸ਼ਾਮ ਤੱਕ ਕੰਮ ਕਰਨ ਲਈ ਮਜਬੂਰ ਹੁੰਦਾ ਹੈ। ਉਸ ਨੂੰ ਸਵੇਰ ਦੀ ਕਸਰਤ ਤੋਂ ਬਿਨਾਂ ਹੀ ਜਾਣਾ ਪੈਂਦਾ ਹੈ ਜੋ ਸਿਹਤ ਦਾ ਜ਼ਰੂਰੀ ਮਤਲਬ ਖਰਾਬ ਹੋ ਜਾਂਦੀ ਹੈ ਇਸ ਨਾਲ, ਠੀਕ ਹੈ ਜੀ। ਅਤੇ ਉਸ ਨੂੰ ਸਵੇਰ ਦੀ ਤਾਜ਼ਗੀ ਅਤੇ ਘੰਟਿਆਂ ਦੇ ਲਾਭ ਨਹੀਂ ਲੈ ਸਕਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਅੱਧੀ ਰਾਤ ਦਾ ਸ਼ਾਂਤ ਸਮਾਂ ਕੰਮ ਲਈ ਸਭ ਤੋਂ ਵਧੀਆ ਹੁੰਦਾ ਹੈ। ਕਈ ਮਹਾਨ ਜਿਹੜੀ ਹੈਗੀ ਹੈ ਦੋਸਤੋ ਕਈ ਮਹਾਨ ਲੋਕਾਂ ਨੇ ਕਿਹਾ ਹੈ ਕਿ ਉਦੋਂ ਹੀ ਵਧੀਆ ਹੋ ਸਕਦਾ ਹੈ ਜਦੋਂ ਉਹ ਅੱਧੀ ਰਾਤ ਨੂੰ ਜਿਹੜਾ ਹੈਗਾ ਮਤਲਬ ਫਿਰ ਵੀ ਦੋਸਤੋ ਕੀ ਕਹਿਣਾ ਹੈ ਕਿ ਅੱਧੀ ਰਾਤ ਨੂੰ ਬਹੁਤ ਹੀ ਘੱਟ ਲੋਕਾਂ ਦਾ ਦਿਮਾਗ ਜਿਹੜਾ ਹੈਗਾ ਸਾਫ਼ ਹੁੰਦਾ ਹੈ, ਠੀਕ ਹੈ ਜੀ। ਅਤੇ ਮਤਲਬ ਦੋਸਤੋ ਕੀ ਇਹ ਵਿੱਚ ਉਹੀ ਹੈ ਮਤਲਬ ਕਿ ਆਪਣਾ ਕੰਮ ਜਲਦੀ ਕਰੋ, ਉੱਠੋ, ਜਲਦੀ ਸੋ ਜਾਓ ਅਤੇ ਜਲਦੀ ਉੱਠੋ ਅਤੇ ਹਰ ਸਵੇਰੇ ਮਤਲਬ ਇਹੀ ਕੰਮ ਕਰੋ, ਠੀਕ ਹੈ ਜੀ। ਇਹਦੇ ਵਿੱਚ ਆਹੀ ਕੁਛ ਲਿਖਿਆ ਹੋਇਆ ਵਾ। ਅਤੇ ਅੱਗੇ ਦੋਸਤੋ ਇਹਨਾਂ ਨੇ ਲਿਖਿਆ ਵਾ ਕਿ ਆਰਾਮ ਅਤੇ ਸੋਣਾ ਦੋਸਤੋ ਉਸ ਸਮੇਂ ਕੰਮ ਕਰਨ ਵਾਲੇ ਜਲਦੀ ਆਪਣੀ ਸਿਹਤ ਨੂੰ ਦੋਸਤੋ ਜਿਹੜਾ ਹੈਗਾ ਵਾ ਖਰਾਬ ਜਿਹੜਾ ਹੈਗਾ ਵਾ ਕਰ ਦਿੰਦੇ ਹਨ। ਖਰਾਬ ਸਿਹਤ ਦਾ ਲੰਬੇ ਸਮੇਂ ਵਿੱਚ ਦੋਸਤੋ ਉਹਨਾਂ ਦੇ ਕੰਮ ਦੀ ਗੁਣਵੱਤਾ ਜਿਹੜੀ ਹੈਗੀ ਆ ਬੁਰਾ ਪ੍ਰਭਾਵ ਪੈਂਦਾ ਹੈ, ਠੀਕ ਹੈ ਜੀ। ਤਾਂ ਹੁਣ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਹਾਂ, ਤੁਹਾਨੂੰ ਮੈਂ ਸਮਝਾ ਦਿੱਤਾ ਵਾ ਇਹਦੇ ਵਿੱਚ ਕੀ ਸੀਗਾ। ਤਾਂ ਦੇਖੋ ਦੋਸਤੋ ਆਹ ਸੀਗਾ ਆਪਣਾ ਪੈਸੇਜ ਸੀਗਾ ਉੱਪਰ। ਇਹਦਾ ਹੁਣ ਦੋਸਤੋ ਸਭ ਤੋਂ ਪਹਿਲਾਂ ਆਨਸਰ ਦੇ ਵਿੱਚ ਤੁਸੀਂ ਲਿਖ ਲੈਣਾ ਵਾ ਐਡਵਾਂਟੇਜਸ ਆਫ ਅਰਲੀ ਰਾਈਜ਼ਿੰਗ, ਠੀਕ ਹੈ ਜੀ। ਐਡਵਾਂਟੇਜਸ ਆਫ ਇਹਦੇ ਵਿੱਚ ਦੋਸਤੋ ਕੀ ਆ ਜਾਊਗਾ, ਇੱਕ ਤਾਂ ਤੁਹਾਡਾ ਆ ਜਾਊਗਾ ਹੈਲਥ ਐਂਡ ਡਿਸਐਡਵਾਂਟੇਜਸ, ਠੀਕ ਹੈ ਜੀ। ਯਾਨੀ ਕਿ ਦੋਸਤੋ ਜਲਦੀ ਉੱਠਣ ਦੇ ਫਾਇਦੇ ਕੀ ਨੇ, ਇੱਕ ਤਾਂ ਦੋਸਤੋ ਸਿਹਤ ਮਿਲ ਜਾਂਦੀ ਹੈ, ਇੱਕ ਦੋਸਤੋ ਆਪ ਨੂੰ ਇਸ ਦੇ ਨੁਕਸਾਨ। ਤਾਂ ਦੇਖੋ ਦੋਸਤੋ ਕੀ ਨੇ ਡਿਸਐਡਵਾਂਟੇਜ ਆਫ ਲੇਟ ਰਾਈਜ਼ਿੰਗ, ਠੀਕ ਹੈ ਜੀ। ਤਾਂ ਦੋਸਤੋ ਦੇਖੋ ਮਤਲਬ ਕਿ ਦੇਰ ਨਾਲ ਜਿਹੜਾ ਹੈਗਾ ਉੱਠਣ ਦੇ ਕੀ ਨੁਕਸਾਨ ਨੇ, ਵਰਕ ਟਿਲ ਲੇਟ ਇਨ ਦਾ ਈਵਨਿੰਗ, ਠੀਕ ਹੈ ਜੀ। ਦੇਰ ਸ਼ਾਮ ਤੱਕ ਕੰਮ ਕਰਨਾ ਪਊਗਾ, ਠੀਕ ਹੈ ਜੀ। ਗੋ ਵਿਦਾਊਟ ਮੋਰਨਿੰਗ ਐਕਸਰਸਾਈਜ਼, ਠੀਕ ਹੈ ਜੀ। ਸਵੇਰੇ ਦੀ ਕਸਰਤ ਕਿਤੇ ਬਿਨਾਂ ਜਾਣਾ, ਠੀਕ ਹੈ ਜੀ। ਅਗਲਾ ਦੋਸਤੋ ਕੀ ਲਿਖਿਆ ਹੋਇਆ, ਵੇਟ ਇੱਥੇ ਰੁਕਿਓ, ਇੱਥੇ ਸਕਰੀਨ ਕੁਛ ਆਪਣੀ ਹੋ ਗਈ ਆ, ਇਹਨੂੰ ਮੈਂ ਸਹੀ ਕਰਦਾ, ਰੁਕੋ ਦੋਸਤੋ। ਅਤੇ ਅਗਲਾ ਪੁਆਇੰਟ ਹੈਗਾ ਦੋਸਤੋ ਆਪਣਾ ਵਰਕ ਨਾਟ ਡਨ ਪ੍ਰੋਪਰਲੀ, ਯਾਨੀ ਕਿ ਜਿਹੜਾ ਹੈਗਾ ਕੰਮ ਸਹੀ ਢੰਗ ਨਾਲ ਜਿਹੜਾ ਹੈਗਾ ਨਾ ਕਰ ਪਾਉਣਾ, ਠੀਕ ਹੈ ਜੀ। ਅੱਗੇ ਦੋਸਤੋ ਇਹਦਾ ਕੀ ਹੈ, ਹਾਂਜੀ ਅਗਲਾ ਦੋਸਤੋ ਕਿ ਅਗਲਾ ਪੁਆਇੰਟ ਦਿੱਤਾ ਹੋਇਆ ਤੀਸਰਾ ਇਹਨਾਂ ਨੇ ਬਣਾ ਕੇ ਕਿ ਬਰਨਿੰਗ ਮਿਡ ਨਾਈਟ ਆਇਲ ਬੈਡ ਫੋਰ ਹੈਲਥ, ਮਤਲਬ ਦੋਸਤੋ ਇਹਦਾ ਕਿ ਅੱਧੀ ਰਾਤ ਨੂੰ ਤੇਲ ਸਾੜਨਾ ਸਿਹਤ ਲਈ ਜਿਹੜਾ ਹੈਗਾ ਮਾੜਾ ਹੈ, ਠੀਕ ਹੈ ਜੀ। ਬੈਡ ਹੈਲਥ ਪੂਅਰ ਕੁਆਲਿਟੀ ਆਫ ਵਰਕ, ਠੀਕ ਹੈ ਜੀ। ਮਾੜੀ ਸਿਹਤ ਸਾਡੇ ਕੰਮ ਦੀ ਮਾੜੀ ਗੁਣਵੱਤਾ ਬਣਾਉਂਦੀ ਹੈ, ਠੀਕ ਹੈ ਜੀ। ਤਾਂ ਇਹ ਦੋਸਤੋ ਇਸ ਦਾ ਆਨਸਰ ਇਸ ਪ੍ਰਕਾਰ 3 ਪੁਆਇੰਟਾਂ ਦੇ ਵਿੱਚ ਆਹ ਦਿੱਤਾ ਹੋਇਆ ਵਾ, ਠੀਕ ਹੈ ਜੀ। ਤਾਂ ਇਹ ਤੁਸੀਂ ਦੇਖ ਲੈਣਾ ਵਾ ਐਡਵਾਂਟੇਜ ਆਫ ਅਰਲੀ ਰਾਈਜ਼ਿੰਗ, ਡਿਸਐਡਵਾਂਟੇਜ ਆਫ ਲੇਟ ਰਾਈਜ਼ਿੰਗ, ਠੀਕ ਹੈ ਜੀ। ਅਤੇ ਆਹ ਤੁਹਾਡਾ ਜਿਹੜਾ ਹੈਗਾ ਤੀਸਰਾ ਪੁਆਇੰਟ ਇਹ ਦਿੱਤਾ ਹੋਇਆ ਵਾ, ਠੀਕ ਹੈ ਜੀ। ਅਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖ ਲੈਂਦੇ ਹਾਂ। ਅਗਲਾ ਪ੍ਰਸ਼ਨ ਕੀ ਸੀਗਾ, ਤਾਂ ਇਹ ਤਾਂ ਹੋ ਗਿਆ ਆਪਣਾ, ਠੀਕ ਹੈ ਜੀ। ਅਤੇ ਹੁਣ ਅਗਲਾ ਦੇਖ ਲੈਂਦੇ ਹਾਂ। ਅਗਲਾ ਕੀ ਹੈ ਦੋਸਤੋ ਕਿ ਰਾਈਟ ਅ ਪੈਰਾਗ੍ਰਾਫ ਔਨ ਐਨੀ ਵਨ ਫੋਲੋਇੰਗ ਇਨ ਅਬਾਊਟ 100 ਵਰਡਸ, ਠੀਕ ਹੈ ਜੀ। ਆ ਇੰਡੀਪੈਂਡੈਂਸ ਆ ਸਟਰੀਟ ਕੁਅਰਲ, ਠੀਕ ਹੈ ਜੀ, ਕੁਐਰਲ, ਠੀਕ ਹੈ ਜੀ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਣਾ ਆਪਾਂ, ਪੈਰਾਗ੍ਰਾਫ ਹੀ ਆ, ਸੌਖਾ ਹੀ ਆ, ਜ਼ਿਆਦਾ ਕੋਈ ਔਖਾ ਨਹੀਂ ਹੁੰਦਾ ਇਹ ਪੈਰਾਗ੍ਰਾਫ। ਦਾ ਇੰਡੀਪੈਂਡੈਂਸ ਡੇ, ਠੀਕ ਹੈ ਜੀ। ਤਾਂ ਦੋਸਤੋ ਇੰਡੀਪੈਂਡੈਂਸ ਡੇ ਕਦੋਂ ਮਨਾਇਆ ਜਾਂਦਾ ਵਾ, ਕੀ ਹੈ, ਪਹਿਲਾਂ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਇੰਡੀਪੈਂਡੈਂਸ ਦਾ ਮਤਲਬ ਕੀ ਹੁੰਦਾ, ਸੁਤੰਤਰਤਾ ਦਾ ਦਿਵਸ, ਠੀਕ ਹੈ ਜੀ। ਤਾਂ ਦੇਖੋ ਇੰਡੀਆ ਬਿਕਮ ਅ ਫਰੀ ਕੰਟਰੀ ਔਨ ਅਗਸਤ 15 1947, ਠੀਕ ਹੈ ਜੀ। ਭਾਰਤ 15 ਅਗਸਤ 1947 ਨੂੰ ਜਿਹੜਾ ਹੈਗਾ ਇੱਕ ਆਜ਼ਾਦ ਦੇਸ਼ ਬਣਿਆ, ਠੀਕ ਹੈ ਜੀ। ਅਤੇ ਸੋ ਅਗਸਤ 15 ਇਜ਼ ਕਾਲਡ ਦਾ ਇੰਡੀਪੈਂਡੈਂਸ ਡੇ ਆਫ ਦਾ ਇੰਡੀਆ, ਇਸ ਲਈ ਦੋਸਤੋ ਜਿਹੜਾ ਹੈਗਾ ਇਸ ਨੂੰ 15 ਅਗਸਤ ਨੂੰ ਦੋਸਤੋ ਭਾਰਤ ਦਾ ਜਿਹੜਾ ਹੈਗਾ ਸੁਤੰਤਰਤਾ ਦਿਵਸ ਜਿਹੜਾ ਹੈਗਾ ਕਿਹਾ ਜਾਂਦਾ ਹੈ, ਠੀਕ ਹੈ। ਦਾ ਬ੍ਰਿਟਿਸ਼ ਰੂਲ ਕਮ ਟੂ ਐਨ ਐਂਡ ਔਨ ਦਿਸ ਡੇ, ਠੀਕ ਹੈ ਜੀ। ਤਾਂ ਇਸ ਦਿਨ ਜਿਹੜਾ ਹੈਗਾ ਬ੍ਰਿਟਿਸ਼ ਦਾ ਜਿਹੜਾ ਹੈਗਾ ਸ਼ਾਸਨ ਦਾ ਜਿਹੜਾ ਉਹਨਾਂ ਦਾ ਅੰਤ ਹੋਇਆ ਸੀਗਾ, ਠੀਕ ਹੈ ਜੀ। ਅਤੇ ਅੱਗੇ ਲਿਖਿਆ ਕਿ ਇਟ ਇਜ਼ ਅ ਰੈੱਡ ਲੈਟਰ ਡੇ ਇਨ ਦਾ ਹਿਸਟਰੀ ਆਫ ਦਾ ਕੰਟਰੀ। ਇਸ ਦਿਨ ਬ੍ਰਿਟਿਸ਼ ਜਿਹੜੇ ਹੈਗੇ ਦੋਸਤੋ ਸ਼ਾਸਨ ਦਾ ਅੰਤ ਹੋਇਆ ਸੀਗਾ, ਠੀਕ ਹੈ ਜੀ। ਅਤੇ ਇਹ ਅੰਤ ਹੋਇਆ ਸੀਗਾ, ਇਹ ਤਾਂ ਚਲੋ ਠੀਕ ਹੈ ਜੀ, ਲਾਈਨ ਹੋ ਗਈ। ਇਹ ਦੋਸਤੋ ਜਿਹੜਾ ਹੈਗਾ ਵਾ ਦੇਸ਼ ਦੇ ਇਤਿਹਾਸ ਵਿੱਚ ਇੱਕ ਲਾਲ ਅੱਖਰ ਵਾਲਾ ਦਿਨ ਜਿਹੜਾ ਹੈ, ਠੀਕ ਹੈ ਜੀ। ਅਤੇ ਅੱਗੇ ਲਿਖਿਆ ਕਿ ਇਟ ਇਜ਼ ਸੈਲੀਬ੍ਰੇਟਡ ਓਵਰ ਦਾ ਕੰਟਰੀ ਵਿਦ ਗ੍ਰੇਟ ਇੰਥੂਜ਼ੀਅਮ ਔਨ ਦਿਸ ਡੇ ਆਲ ਸਕੂਲ ਕਾਲਜਸ ਐਂਡ ਆਫਿਸ ਰਿਮੇਨ ਕਲੋਜ਼ਡ ਇਫ ਇਟ ਇਜ਼ ਨੈਸ਼ਨਲ ਹੋਲੀਡੇ ਪਬਲਿਕ ਮੀਟਿੰਗਸ ਆਰ ਹੈਲਡ ਇਨ ਆਲ ਟਾਊਨ ਐਂਡ ਸਿਟੀਜ਼, ਠੀਕ ਹੈ ਜੀ। ਤਾਂ ਇਹ ਦੋਸਤੋ ਜਿਹੜੇ ਹੈਗੇ ਆ ਇਹ ਮਤਲਬ ਪੂਰੇ ਦੇਸ਼ ਵਿੱਚ ਬੜੇ ਹੀ ਉਤਸ਼ਾਹ ਨਾਲ ਜਿਹੜਾ ਹੈਗਾ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਹੀ ਸਕੂਲ ਅਤੇ ਕਾਲਜ ਦਫ਼ਤਰ ਬੰਦ ਰਹਿੰਦੇ ਹਨ, ਠੀਕ ਹੈ ਜੀ। ਇਹ ਇੱਕ ਰਾਸ਼ਟਰੀ ਛੁੱਟੀ ਹੈ। ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਜਨਤਕ ਮੀਟਿੰਗਾਂ ਜਿਹੜੇ ਕਿ ਕੀਤੀਆਂ ਜਾਂਦੀਆਂ ਹਨ, ਠੀਕ ਹੈ ਜੀ। ਤਾਂ ਆਹ ਬਿਗ ਫੰਕਸ਼ਨ ਇਜ਼ ਹੈਲਡ ਇਨ ਦਿੱਲੀ, ਠੀਕ ਹੈ ਜੀ। ਤਾਂ ਦਿੱਲੀ ਵਿੱਚ ਇੱਕ ਵੱਡਾ ਸਮਾਗਮ ਹੋਇਆ, ਠੀਕ ਹੈ ਜੀ। ਅਤੇ ਅੱਗੇ ਇਹਦਾ ਪ੍ਰਾਈਮ ਮਿਨਿਸਟਰ ਅਨਫੋਰਲਸ ਦਾ ਨੈਸ਼ਨਲ ਫਲੈਗ ਐਟ ਦਾ ਰੈੱਡ ਫੋਰਟ, ਠੀਕ ਹੈ ਜੀ। ਮਤਲਬ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡਾ ਜਿਹੜਾ ਹੈਗਾ ਲਹਿਰਾਇਆ, ਠੀਕ ਹੈ ਜੀ। ਅਵਰ ਫਰੀਡਮ ਇਜ਼ ਹਾਰਡ ਵਨ ਫਰੀਡਮ ਵੀ ਸ਼ੁੱਡ ਪ੍ਰੋਟੈਕਟ ਇਟ, ਠੀਕ ਹੈ ਜੀ। ਸਾਡੀ ਆਜ਼ਾਦੀ ਇੱਕ ਸਖਤ ਮਿਹਨਤ ਨਾਲ ਜਿੱਤੀ ਗਈ ਹੈ ਆਜ਼ਾਦੀ ਹੈ, ਠੀਕ ਹੈ ਜੀ। ਸਾਨੂੰ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ, ਠੀਕ ਹੈ ਜੀ। ਅਗਲਾ ਆਪਣਾ ਦੋਸਤੋ ਕੀ ਸੀਗਾ, ਆ ਸਟਰੀਟ ਕੁਐਰਲ, ਠੀਕ ਹੈ। ਤਾਂ ਦੋਸਤੋ ਇਸ ਦਾ ਦੇਖਦੇ ਹਾਂ। ਆਹ ਦੇਖੋ ਦੋਸਤੋ ਆਹੀ ਹੈ ਨਾ। ਤਾਂ ਦੋਸਤੋ ਦੇਖੋ ਆ ਸਟਰੀਟ ਕੁਐਰਲ,
ठीक है जी। तो दोस्तों इसका आंसर मतलब बनेगा कि बई एक जिहड़ा हैगा दोस्तों 2 मिनट दोस्तों रुकियो। ਤਾਂ ਦੋਸਤੋ ਦੇਖੋ ਇਹਦੇ ਵਿੱਚ ਸਟਰੀਟ ਮਤਲਬ ਕੀ ਹੁੰਦਾ ਵਾ ਗਲੀ, ਠੀਕ ਹੈ ਜੀ, ਤੇ ਰਸਤਾ ਵਗੈਰਾ ਕੁਛ, ਠੀਕ ਹੈ, ਰਸਤਾ ਜਾਂ ਫਿਰ ਗਲੀ ਇਹਨੂੰ ਇਸਨੂੰ ਕਹਿ ਸਕਦੇ ਹੋ। ਤੇ ਕੁਰੈਲ ਦਾ ਮਤਲਬ ਦੋਸਤੋ ਹੁੰਦਾ ਵਾ ਝਗੜਾ, ਠੀਕ ਹੈ ਜੀ। ਤਾਂ ਦੋਸਤੋ ਇੱਕ ਗਲੀ ਝਗੜਾ ਆਪਾਂ ਇਸ ਨੂੰ ਕਹਿ ਸਕਦੇ ਹਾਂ। ਤਾਂ ਦੇਖੋ ਕੀ ਹੈ ਲਾਸਟ ਈਵਨਿੰਗ, ਠੀਕ ਹੈ ਜੀ, ਬੀਤੀ ਸ਼ਾਮ ਆਈ ਵਾਜ਼ ਸਿਟਿੰਗ ਨੀਅਰ ਦਾ ਵਿੰਡੋ ਆਫ ਮਾਈ ਰੂਮ, ਠੀਕ ਹੈ, ਬੀਤੀ ਸ਼ਾਮ ਮੈਂ ਆਪਣੇ ਕਮਰੇ ਦੀ ਖਿੜਕੀ ਕੋਲ ਜਿਹੜਾ ਹੈਗਾ ਬੈਠਾ ਸੀ। ਆਈ ਸੌ 2 ਚਿਲਡਰਨ ਪਲੇਇੰਗ ਇਨ ਦਾ ਸਟਰੀਟ ਸਡਨਲੀ ਦੇ ਫੈਲ ਆਊਟ, ਠੀਕ ਹੈ ਜੀ। ਤਾਂ ਜਿਹੜਾ ਹੈਗਾ ਮੈਂ 2 ਬੱਚਿਆਂ ਨੂੰ ਗਲੀ ਵਿੱਚ ਜਿਹੜਾ ਹੈਗਾ ਖੇਡਦੇ ਦੇਖਿਆ, ਅਚਾਨਕ ਉਹ ਬਾਹਰ ਡਿੱਗ ਗਏ। ਅਦਰ ਬॉयज़ ਆਫ ਦਾ ਸਟਰੀਟ ਗੈਦਰਡ देयर ਨਨ ਟਰਾਈ ਟੂ ਸੈਪਰੇਟ ਦੈਮ, ਠੀਕ ਹੈ ਜੀ। ਮਤਲਬ ਦੋਸਤੋ ਅਚਾਨਕ ਉਹ ਜਿਹੜੇ ਹੈਗੇ ਬਾਹਰ ਡਿੱਗ ਗਏ, ਗਲੀ ਦੇ ਹੋਰ ਜਿਹੜੇ ਹੈਗੇ ਮੁੰਡੇ ਉੱਥੇ ਜਿਹੜੇ ਹੈਗੇ ਇਕੱਠੇ ਹੋ ਗਏ, ਕਿਸੇ ਨੇ ਵੀ ਉਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਠੀਕ ਹੈ ਜੀ। ਤੇ ਦੇ ਕੈਪਟ ਲੁਕਿੰਗ ਔਨ ਸੂਨ ਦਾ ਮਦਰਸ ਆਫ ਬੋਥ ਦਾ ਚਿਲਡਰਨ ਰੀਚ ਦੇਅਰ, ਠੀਕ ਹੈ ਜੀ, ਦੇ ਸਟਾਰਟਡ ਅਬਿਊਜ਼ਿੰਗ ਈਚ ਅਦਰ, ਠੀਕ ਹੈ ਜੀ। ਮਤਲਬ ਦੋਸਤੋ ਕੀ ਹੋਇਆ ਕਿ ਬਈ ਉਹ ਦੇਖਦੇ ਹੀ ਦੇਖਦੇ ਜਲਦੀ ਹੀ ਦੋਵੇਂ ਬੱਚਿਆਂ ਦੀਆਂ ਮਾਵਾਂ ਉੱਥੇ ਜਿਹੜੇ ਹੈਗੇ ਪਹੁੰਚ ਗਈਆਂ। ਉਹ ਇੱਕ ਦੂਜੇ ਨੂੰ ਜਿਹੜਾ ਹੈਗਾ ਗਾਲਾਂ ਕੱਢਣ ਲੱਗ ਗਏ, ਠੀਕ ਹੈ ਜੀ। ਦੇ ਯੂਜ਼ਡ ਵੈਰੀ ਡਰਟੀ ਵਰਡਸ ਫॉर ਈਚ ਅਦਰ, ਠੀਕ ਹੈ ਜੀ। ਯਾਨੀ ਕਿ ਦੋਸਤੋ ਉਹ ਉਹਨਾਂ ਨੇ ਇੱਕ ਦੂਜੇ ਲਈ ਦੋਸਤੋ ਬਹੁਤ ਹੀ ਜਿਹੜੇ ਹੈਗੇ ਗੰਦੇ ਸ਼ਬਦਾਂ ਦੀ ਵਰਤੋਂ ਕੀਤੀ, ਠੀਕ ਹੈ ਜੀ। ਫਰੋਮ ਹੌਟ ਵਰਡਸ ਦੇ ਕਮ ਟੂ ਬਲੋਜ਼ ਦੇ ਪੁਲਡ ਈਚ ਅਦਰ ਹੇਅਰ ਲਕਲੀ an elderly woman came there. She separated the fighting, leading. She spoke to them very wisely. The 2 women realized their mistake. They went back to their homes. Both the children started playing together once again, ठीक है जी। ਤਾਂ ਮਤਲਬ ਦੋਸਤੋ ਕੀ ਹੋਇਆ ਕਿ ਉਹ ਇੱਕ ਦੂਜੇ ਨੂੰ ਜਿਹੜੀ ਗਾਲਾਂ ਕੱਢਣ ਲੱਗੇ। ਉਹ ਇੱਕ ਦੂਜੇ ਲਈ ਦੋਸਤੋ ਬਹੁਤ ਹੀ ਗੰਦੇ ਸ਼ਬਦ ਵਰਤ ਰਹੇ ਸੀਗੇ। ਗਰਮ ਲਫ਼ਜ਼ਾਂ ਤੋਂ ਉਹ ਝਗੜੇ ਤੱਕ ਆ ਗਏ। ਉਹਨਾਂ ਨੇ ਇੱਕ ਦੂਜੇ ਦੇ ਜਿਹੜੇ ਹੈਗੇ ਵਾਲ ਖਿੱਚ ਲਏ। ਖੁਸ਼ਕਿਸਮਤੀ ਨਾਲ ਦੋਸਤੋ ਇੱਕ ਬਜ਼ੁਰਗ ਉੱਥੇ ਆਈ, ਠੀਕ ਹੈ, ਉਸਨੇ ਲੜਨ ਵਾਲੀਆਂ ਔਰਤਾਂ ਨੂੰ ਜਿਹੜਾ ਹੈਗਾ ਵੱਖ ਕਰ ਦਿੱਤਾ। ਉਸਨੇ ਜਿਹੜਾ ਹੈਗਾ ਉਹਨਾਂ ਨਾਲ ਜਿਹੜਾ ਹੈਗਾ ਬਹੁਤ ਹੀ ਸਮਝਦਾਰੀ ਨਾਲ ਗੱਲ ਕੀਤੀ ਤੇ ਦੋਹਾਂ ਔਰਤਾਂ ਨੂੰ ਜਿਹੜਾ ਹੈਗਾ ਆਪਣੀ ਗਲਤੀ ਦਾ ਅਹਿਸਾਸ ਹੋਇਆ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਕੀ ਹੋਇਆ, ਅਹਿਸਾਸ ਹੋ ਗਿਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਦੋਸਤੋ ਉਹ ਵਾਪਸ ਆਪਣੇ ਘਰ ਚਲੇ ਗਏ, ਠੀਕ ਹੈ ਜੀ। ਦੇ ਵੈਂਟ ਬੈਕ ਟੂ ਦੇਅਰ ਹੋਮਸ। ਤੇ ਉਸ ਤੋਂ ਬਾਅਦ ਦੋਸਤੋ ਕੀ ਹੈਗਾ, ਹਾਂਜੀ, ਦੋਵੇਂ ਬੱਚੇ ਇੱਕ ਵਾਰ ਫਿਰ ਜਿਹੜੇ ਹੈਗੇ ਇਕੱਠੇ ਖੇਡਣ ਲੱਗ ਗਏ। ਤਾਂ ਇਹ ਇਸ ਦਾ ਮਤਲਬ ਹੋ ਗਿਆ ਦੋਸਤੋ। ਅੱਗੇ ਹੈ ਦੋਸਤੋ ਤੁਹਾਡਾ ਲੈਟਰ ਹੈ। ਤਾਂ ਸਪੋਜ਼ ਯੂ ਆਰ ਪਰਮਵੀਰ, ਯੂ ਲਿਵ ਐਟ ਕਮਲਾ ਨਿਵਾਸ ਦਾ ਮॉल ਪਟਿਆਲਾ। ਰਾਈਟ ਅ ਲੈਟਰ ਟੂ ਯੂਰ ਫਰੈਂਡ ਸਤੀਸ਼ ਐਕਸਪ੍ਰੈਸਿੰਗ ਯੂਰ ਸੈਂਸ ਆਫ ਰਿਲੀਫ ਐਟ ਹਿਜ਼ ਰਿਕਵਰੀ ਫਰੋਮ ਅ ਲੌਂਗ ਇਲਨੈਸ। ਮਤਲਬ ਦੋਸਤੋ ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ ਕਿ ਮੰਨ ਲਓ ਤੁਸੀਂ ਪਰਮਵੀਰ ਹੋ, ਤੁਸੀਂ ਕਮਲਾ ਨਿਵਾਸ ਮਾਲ ਪਟਿਆਲਾ ਵਿਖੇ ਜਿਹੜੇ ਰਹਿੰਦੇ ਹੋ। ਆਪਣੇ ਦੋਸਤ ਨੂੰ ਸਤੀਸ਼ ਨੂੰ ਇੱਕ ਚਿੱਠੀ ਲਿਖੋ। ਇੱਕ ਲੰਬੀ ਬਿਮਾਰੀ ਤੋਂ ਉਸ ਦੇ ਜਿਹੜੇ ਹੈਗੇ ਠੀਕ ਹੋਣ ਤੇ ਰਾਹਤ ਦੀ ਭਾਵਨਾ ਜਿਹੜੀ ਹੈ ਕਿ ਜ਼ਾਹਰ ਕਰੋ। ਤਾਂ ਦੋਸਤੋ ਚਲੋ ਦੇਖਦੇ ਹਾਂ ਇਸਦਾ ਆਂਸਰ ਵੀ ਆਪਾਂ। ਤਾਂ ਦੇਖੋ ਦੋਸਤੋ ਇਸਦਾ ਇਹ ਲੈਟਰ ਆਪਣਾ ਇਹ ਸੇਮ ਵਾਲੀ ਲੈਟਰ ਹੈ, ਸੇਮ ਇਹੀ ਲੈਟਰ, ਠੀਕ ਹੈ ਜੀ। ਰਿਲੀਫ ਐਟ ਹਿਜ਼ ਰਿਕਵਰੀ ਫਰੋਮ ਲੌਂਗ ਇਲਨੈਸ। ਤਾਂ ਦੇਖੋ ਦੋਸਤੋ ਕਿਵੇਂ ਇਸਦਾ ਇੱਥੇ ਤੁਸੀਂ ਲਿਖ ਲੈਣਾ ਵਾ ਕਮਲਾ ਨਿਵਾਸ, ਠੀਕ ਹੈ ਜੀ, ਤੇ ਦਾ ਮॉल, ਠੀਕ ਹੈ, ਤੇ ਪਟਿਆਲਾ 15 ਮਈ 2023 ਤੁਸੀਂ ਇੱਥੇ ਡੇਟ ਜਿਹੜੀ ਹੈਗੀ ਤਾਜ਼ਾ ਪਾ ਦਿਓ ਜਿਸ ਦਿਨ ਐਗਜ਼ਾਮ ਦੋਗੇ, ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਆਪਣਾ ਕੀ ਹੈ, ਹਾਂਜੀ, ਅਸ਼ੋਕ 102 ਅਸ਼ੋਕ ਨਗਰ ਲੁਧਿਆਣਾ। ਡੀਅਰ ਸਤੀਸ਼, ਆਈ ਐਮ ਵੈਰੀ ਗਲੈਡ ਟੂ ਲਰਨ ਦੈਟ ਯੂ ਹੈਵ ਰਿਕਵਰਡ ਫਰੋਮ ਯੂਰ ਇਲਨੈਸ। ਆਈ ਹਾਰਟਲੀ ਕੰਗ੍ਰੈਚੁਲੇਟ ਯੂ ਔਨ ਯੂਰ ਰਿਕਵਰੀ, ਠੀਕ ਹੈ ਜੀ। ਮੈਨੂੰ ਇਹ ਜਾਣ ਕੇ ਜਿਹੜੀ ਕਿ ਬਹੁਤ ਹੀ ਖੁਸ਼ੀ ਹੋਈ ਕਿ ਤੁਸੀਂ ਆਪਣੀ ਬਿਮਾਰੀ ਤੋਂ ਠੀਕ ਹੋ ਗਏ ਹੋ। ਮੈਂ ਤੁਹਾਨੂੰ ਤੁਹਾਡੀ ਸਿਹਤਯਾਬੀ ਲਈ ਜਿਹੜਾ ਹੈਗਾ ਵਧਾਈ ਦਿੰਦਾ ਹਾਂ, ਠੀਕ ਹੈ ਜੀ। ਅੱਗੇ ਲਿਖਿਆ ਕਿ ਆਈ ਵਾਜ਼ ਸੋ ਅਨਹੈਪੀ, ਠੀਕ ਹੈ ਜੀ। ਅੱਗੇ ਕੀ ਲਿਖਿਆ ਕਿ ਆਈ ਵਾਜ਼ ਸੋ ਹੈਪੀ ਵੈਨ ਆਈ ਹੇਅਰਡ ਦੈਟ ਯੂ ਆਰ ਡਾਊਨ ਵਿਦ ਟਾਈਫਾਇਡ, ਠੀਕ ਹੈ ਜੀ। ਮਤਲਬ ਦੋਸਤੋ ਕੀ ਹੈ ਕਿ ਮੈਂ ਬਹੁਤ ਹੀ ਜਿਹੜਾ ਹੈਗਾ ਦੁਖੀ ਸੀ ਜਦੋਂ ਮੈਂ ਇਹ ਸੁਣਿਆ ਕਿ ਤੁਹਾਨੂੰ ਜਿਹੜਾ ਹੈਗਾ ਟਾਈਫਾਇਡ ਹੋ ਗਿਆ ਹੈ। ਥੈਂਕ ਗੋਡ ਦੈਟ ਯੂ ਹੈਵ ਗੋਟ ਵੈਲ, ਠੀਕ ਹੈ ਜੀ। ਤਾਂ ਜਿਹੜਾ ਹੈਗਾ ਵਾ ਮੈਂ ਸੁਣਿਆ ਕਿ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਜਿਹੜਾ ਹੈਗਾ ਠੀਕ ਹੋ ਗਏ ਹੋ। ਅੱਗੇ ਲਿਖਿਆ ਹੋਇਆ ਇਹਨਾਂ ਨੇ ਅੱਗੇ ਕੀ ਲਿਖਿਆ ਹੋਇਆ ਵਾ ਕਿ ਪਲੀਜ਼ ਟੇਕ ਕੰਪਲੀਟ ਰੈਸਟ ਫॉर ਸਮ ਡੇਜ਼ ਮੋਰ, ਬੀ ਕੇਅਰਫੁਲ ਅਬਾਊਟ ਯੋਰ ਡਾਈਟ, ਨਾਓ ਫੋਲੋ ਦਾ ਐਡਵਾਈਸ ਆਫ ਯੋਰ ਡਾਕਟਰ, ਠੀਕ ਹੈ। ਕਿਰਪਾ ਕਰਕੇ ਕੁਝ ਦਿਨ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਆਰਾਮ ਕਰੋ। ਹੁਣ ਆਪਣੀ ਖੁਰਾਕ ਦਾ ਬਹੁਤ ਹੀ ਧਿਆਨ ਰੱਖੋ, ਆਪਣੇ ਡਾਕਟਰ ਦੀ ਸਲਾਹ ਦੀ ਪਾਲਣਾ ਕਰੋ, ਠੀਕ ਹੈ। ਟੇਕ ਓਨਲੀ ਮਿਲਕ ਐਂਡ ਫਰੂਟ ਸਮ ਡੇਜ਼ ਵੈਨ ਯੂ ਪਿਕ ਅਪ ਸਟਰੈਂਥ do go out for a walk in the morning. It will do you lot of good. I shall come to see ਯੂ ਔਨ ਸੰਡੇ, ਠੀਕ ਹੈ। ਮਤਲਬ ਦੋਸਤੋ ਇਹਦੇ ਵਿੱਚ ਆਹੀ ਕਿਹਾ ਕਿ ਕੁਝ ਦਿਨ ਜਿਹੜਾ ਹੈਗਾ ਸਿਰਫ ਦੁੱਧ ਅਤੇ ਫਲ ਹੀ ਲਓ। ਜਦੋਂ ਤੁਸੀਂ ਤਾਕਤ ਪ੍ਰਾਪਤ ਕਰ ਲੈਂਦੇ ਹੋ ਤਾਂ ਸਵੇਰੇ ਲਈ ਜਿਹੜਾ ਹੈਗਾ ਵਾ ਬਾਹਰ ਜਾਓ ਸੈਰ ਲਈ, ਠੀਕ ਹੈ। ਇਹ ਤੁਹਾਨੂੰ ਜਿਹੜਾ ਹੈਗਾ ਬਹੁਤ ਹੀ ਚੰਗਾ ਕਰੇਗਾ। ਮੈਂ ਤੁਹਾਨੂੰ ਐਤਵਾਰ ਨੂੰ ਮਿਲਣ ਆਵਾਂਗਾ। ਤੁਹਾਡੀਆਂ ਜਿਹੜੀ ਹੈਗੇ ਨੇ ਵਿਦ ਬੈਸਟ ਵਿਸ਼ੇਜ਼, ਮਤਲਬ
ਕਿ ਤੁਹਾਡੀਆਂ ਦਿਲੋਂ ਸ਼ੁਭਕਾਮਨਾਵਾਂ ਦੇ ਨਾਲ ਯੂਅਰ ਸਿੰਸੀਅਰਲੀ, ਠੀਕ ਹੈ ਜੀ, ਪਰਮਵੇਰ। ਤਾਂ ਦੋਸਤੋ ਇਹ ਤੁਹਾਡਾ ਲੈਟਰ ਹੋ ਗਿਆ। ਅਗਲੀ ਦੋਸਤੋ ਤੁਹਾਡੀ ਲੈਟਰ ਹੈ ਕਿ ਸਪੋਜ਼ ਯੂ ਆਰ ਬਲਜੀਤ, ਠੀਕ ਹੈ ਜੀ, ਲਿਵਿੰਗ ਐਟ 46 ਮਾਡਲ ਟਾਊਨ, ਠੀਕ ਹੈ ਜੀ, ਤੇ ਅੱਗੇ ਲਿਖਿਆ ਹੋਇਆ ਇਹਨਾਂ ਨੇ ਮਾਡਲ ਟਾਊਨ, ਤੇ ਅੱਗੇ ਲਿਖਿਆ ਹੋਇਆ ਦੋਸਤੋ ਕੈਨ ਇਨਵਾਈਟ ਯੂਰ ਫਰੈਂਡ ਮਨੋਜ ਟੂ ਯੂਰ ਬਰਥਡੇ ਪਾਰਟੀ, ਠੀਕ ਹੈ ਜੀ। ਮੰਨ ਲਓ ਕਿ ਤੁਸੀਂ ਬਲਜੀਤ ਸਿੰਘ ਹੋ, 46 ਮਾਡਲ ਟਾਊਨ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹੋ, ਆਪਣੇ ਸੱਦਾ ਦਿਓ ਦੋਸਤ ਮਨੋਜ ਤੁਹਾਡੇ ਜਨਮ ਦਿਨ ਪਾਰਟੀ ਵਿੱਚ ਆਵੇ, ਠੀਕ ਹੈ ਜੀ। ਤਾਂ ਦੋਸਤੋ ਚਲੋ ਇਸ ਦਾ ਆਨਸਰ ਵੀ ਦੇਖ ਲੈਂਦੇ ਆ। ਤਾਂ ਆ ਦੇਖੋ ਦੋਸਤੋ, ਆਹੀ ਇੱਕ ਲੈਟਰ ਹੈ ਨਾ ਤੁਹਾਡੀ, ਇੱਕ ਵਾਰੀ ਚੰਗੀ ਤਰ੍ਹਾਂ ਮਿਲਾ ਲਓ। ਹੈਡਿੰਗ ਜਿਹੜੀ ਲਿਖੀ ਹੋਈ ਆ ਮਨੋਜ ਟੂ ਯੂਰ ਬਰਥਡੇ ਪਾਰਟੀ। ਤਾਂ ਦੋਸਤੋ ਚਲੋ ਦੇਖਦੇ ਹਾਂ ਇਹਦੇ ਵਿੱਚ ਕੀ ਲਿਖਿਆ ਹੋਇਆ ਵਾ, ਕੀ ਆਨਸਰ ਦੋਸਤੋ ਕਿਵੇਂ ਆ ਇਹਨਾਂ ਦਾ। 46 ਮਾਡਲ ਟਾਊਨ ਜਲੰਧਰ ਸਿਟੀ 5 ਮਾਰਚ 2023, 14 ਨਿਊ ਕਲੋਨੀ ਗੁਰਦਾਸਪੁਰ। ਮਾਈ ਡੀਅਰ ਮਨੋਜ, ਮਾਈ ਬਰਥਡੇ ਇਜ਼ ਔਨ 12 ਮਾਰਚ, ਠੀਕ ਹੈ ਜੀ, ਯਾਨੀ ਕਿ ਮੇਰਾ ਜਨਮ ਦਿਨ ਜਿਹੜਾ ਹੈਗਾ ਉਹ 12 ਮਾਰਚ ਨੂੰ ਹੈ। ਆਈ ਐਮ ਇਨਵਾਈਟਿੰਗ ਆਲ ਮਾਈ ਫਰੈਂਡਸ, ਮੈਂ ਆਪਣੇ ਸਾਰੇ ਦੋਸਤਾਂ ਨੂੰ ਸੱਦਾ ਦੇ ਰਿਹਾ ਹਾਂ, ਠੀਕ ਹੈ ਜੀ। ਤੇ ਯੂ ਮਸਟ ਕਮ, ਵੀ ਵਿਲ ਹੈਵ ਅ ਬਿਗ ਪਾਰਟੀ, ਜਿਹੜਾ ਹੈਗਾ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਹੈ। ਅਸੀਂ ਜਿਹੜੀ ਹੈ ਕਿ ਇੱਕ ਵੱਡੀ ਪਾਰਟੀ ਕਰਾਂਗੇ। ਮਾਈ ਫਾਦਰ ਇਜ਼ ਗੈਟਿੰਗ ਅ ਬਿਗ ਕੇਕ ਫॉर ਮੀ, ਠੀਕ ਹੈ ਜੀ। देयर विल बी आइसक्रीम बिस्कुट्स एंड फ्रूट टू ईट, कोल्ड ड्रिंक्स विल आल्सो बी सर्वड, ठीक है जी। तो ਅਸੀਂ ਇੱਕ ਵੱਡੀ ਪਾਰਟੀ ਕਰ ਰਹੇ ਹਾਂ। ਮੇਰੇ ਪਿਤਾ ਜੀ ਮੇਰੇ ਲਈ ਇੱਕ ਵੱਡਾ ਕੇਕ ਲਿਆ ਰਹੇ ਹਨ, ਖਾਣ ਲਈ ਆਈਸਕ੍ਰੀਮ, ਬਿਸਕੁਟ ਅਤੇ ਫਲ ਹੋਣਗੇ, ਕੋਲਡ ਡਰਿੰਕਸ ਵੀ ਪਰੋਸੀ ਜਾਣਗੇ, ਠੀਕ ਹੈ ਜੀ। ਇਟ ਵਿਲ ਬੀ ਅ ਨਾਈਸ ਟਾਈਮ ਟੂ ਈਟ, ਡਰਿੰਕ and dance together after their party we shall go to the rose garden, there we shall play games, we shall also enjoy a ride ਇਨ ਦਾ ਮਿਨੀ ਟ੍ਰੇਨ, ਪਲੀਜ਼ ਡੂ ਕਮ, ਠੀਕ ਹੈ ਜੀ। ਮਤਲਬ ਦੋਸਤੋ ਇਹਦੇ ਵਿੱਚ ਆਹੀ ਲਿਖਿਆ ਹੈ ਕਿ ਇਕੱਠੇ ਖਾਣ ਪੀਣ ਅਤੇ ਨੱਚਣ ਦਾ ਸਮਾਂ ਬਹੁਤ ਵਧੀਆ ਰਹੇਗਾ। ਪਾਰਟੀ ਤੋਂ ਬਾਅਦ ਅਸੀਂ ਜਿਹੜਾ ਹੈਗਾ ਰੋਜ਼ ਗਾਰਡਨ ਬਾਗ ਵਿੱਚ ਵੀ ਜਾਵਾਂਗੇ, ਅਸੀਂ ਉੱਥੇ ਜਿਹੜਾ ਹੈਗਾ ਗੇਮ ਵੀ ਖੇਡਾਂਗੇ, ਅਸੀਂ ਮਿਨੀ ਟ੍ਰੇਨ ਦੀ ਸਵਾਰੀ ਵੀ ਮਿੰਨੀ ਸਵਾਰੀ ਦਾ ਜਿਹੜਾ ਹੈਗਾ ਟ੍ਰੇਨ ਦਾ ਆਨੰਦ ਵੀ ਲਵਾਂਗੇ, ਠੀਕ ਹੈ ਜੀ। ਕਿਰਪਾ ਕਰਕੇ ਆਓ, ਠੀਕ ਹੈ ਜੀ, ਵਿਦ ਲਵ, ਯਾਨੀ ਕਿ ਦੋਸਤੋ ਕੀ ਹੈ ਪਿਆਰ ਦੇ ਨਾਲ, ਯੂਅਰ ਸਿੰਸੀਅਰਲੀ, ਮਤਲਬ ਦੋਸਤੋ ਤੁਹਾਡਾ ਦਿਲੋਂ ਜਿਹੜਾ ਹੈਗਾ ਵਾ, ਠੀਕ ਹੈ ਜੀ, ਤੁਹਾਡਾ ਦਿਲੋਂ ਵਿਦ ਲਵ, ਤੇ ਜਿਹੜਾ ਹੈਗਾ ਵਾ ਬਲਜੀਤ ਸਿੰਘ। ਤਾਂ ਦੋਸਤੋ ਇਹ ਤੁਹਾਡੀ ਲੈਟਰ ਸਮਾਪਤ ਹੋ ਗਈ। ਅੱਗੇ ਦੋਸਤੋ ਦੇਖੋ ਕੀ ਹੈ। ਤਾਂ ਦੋਸਤੋ ਇੱਥੇ ਤੁਹਾਡੀ ਆਹ ਦੇਖ ਲਓ ਕੁਝ ਵੀ ਨਹੀਂ ਹੈਗਾ, ਅੱਗੇ ਸਾਰਾ ਹੀ ਸੋਲਵ ਹੋ ਗਿਆ ਵਾ। ਇਸ ਤੋਂ ਬਾਅਦ ਦੋਸਤੋ ਤੁਹਾਡਾ ਖਤਮ ਹੋ ਗਿਆ ਵਾ। ਤਾਂ ਦੋਸਤੋ ਆਹ ਸੀਗਾ ਤੁਹਾਡੇ ਕਲਾਸ 9th ਦਾ, ਠੀਕ ਹੈ ਜੀ, ਇੰਗਲਿਸ਼ ਦਾ ਇੱਕ ਪੇਪਰ ਸੀਗਾ ਸਾਡੇ ਕੋਲ। ਅਸੀਂ ਇਸ ਨੂੰ ਪੂਰਾ ਸੋਲਵ ਕਰਕੇ ਤੁਹਾਡੀ ਰਿਵੀਜ਼ਨ ਕਰਾ ਦਿੱਤੀ ਆ। ਬਾਕੀ ਦੋਸਤੋ ਇੱਕ ਹੋਰ ਸੈਂਪਲ ਪੇਪਰ, ਹੋਰ ਇੱਕ ਪੇਪਰ ਤੁਹਾਨੂੰ ਸੋਲਵ ਕਰਾ ਦਾਂਗੇ। ਅਗਰ ਤੁਸੀਂ ਕਹੋਗੇ ਤਾਂ ਕਮੈਂਟ ਦੇ ਵਿੱਚ ਦੱਸੋ ਦੋਸਤੋ ਕਿ ਇੱਕ ਹੋਰ ਪੇਪਰ ਤੁਹਾਨੂੰ ਸੋਲਵ ਕਰਾ ਦੇਵਾਂ। ਕਮੈਂਟ ਦੇ ਵਿੱਚ ਮੈਨੂੰ ਤੁਸੀਂ ਦੱਸ ਸਕਦੇ ਹੋ, ਤੇ ਮੈਂ ਪਾਰਟ 2 ਬਣਾ ਦੂੰਗਾ, ਉਹਦੇ ਵਿੱਚ ਇੱਕ ਹੋਰ ਇਸੇ ਤਰ੍ਹਾਂ ਦਾ ਹੀ ਪੇਪਰ ਜਿਹੜਾ ਹੈਗਾ ਵਾ ਦੋਸਤੋ ਸੋਲਵ ਕਰਾ ਕੇ ਤੁਹਾਡੀ ਰਿਵੀਜ਼ਨ ਕਰਾ ਦੂੰਗਾ। ਤਾਂ ਦੋਸਤੋ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ। ਬਾਕੀ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।